ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਅੱਜ ਆਪਾਂ ਗੁਰਬਾਣੀ ਦੇ ਸਿਰਲੇਖਾਂ ਦੇ ਲੜੀ ਅਨੁਸਾਰ ਰਾਮਕਲੀ ਰਾਗ ਵਿੱਚੋਂ ਓਅੰਕਾਰ ਬਾਣੀ ਦੇ ਸਿਰਲੇਖ ਤੇ ਵਿਚਾਰ ਕਰਨੀ ਹੈ। ਪਿਛਲੀ ਕਥਾ ਦੌਰਾਨ ਆਪਾਂ ਰੁੱਤੀ ਸ਼ਲੋਕ ਕਰ ਰਹੇ ਸਾਂ, ਜਿਨ੍ਹਾਂ ਵਿੱਚ ਸਾਨੂੰ ਗੁਰੂ ਜੀ ਨੇ 6 ਰੁੱਤਾਂ ਦੀ ਜਾਣਕਾਰੀ ਦਿੱਤੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੁੱਤਾਂ ਬਾਰੇ ਗੱਲ ਕਰਦਿਆਂ ਇਹ ਬਚਨ ਆਖੇ ਕਿ ਸਾ ਰੁੱਤ ਸੁਹਾਵੀ, ਜਿਤ ਹਰ ਚਿਤ ਆਵੈ। ਉਹੀ ਰੁੱਤ ਸੋਹਣੀ ਏ, ਚੰਗੀ ਏ, ਸੁਹਾਵਣੀ ਏ, ਜਿਸ ਰੁੱਤ ਵਿੱਚ ਸਾਨੂੰ ਪਰਮਾਤਮਾ ਦਾ ਚੇਤਾ ਆਉਂਦਾ ਹੈ, ਜਾਂ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਾਡੇ ਚਿੱਤ ਵਿੱਚ ਟਿਕ ਜਾਂਦਾ ਹੈ। ਕਈ ਵਾਰੀ ਆਪਾਂ ਇਸ ਤਰ੍ਹਾਂ ਸੋਚ ਸਕਦੇ ਹਾਂ ਕਿ ਹਰ ਇੱਕ ਰੁੱਤ ਕਿਵੇਂ ਚੰਗੀ ਹੋ ਸਕਦੀ ਹੈ। ਜਦੋਂ ਪਤਝੜ ਆਉਂਦੀ ਏ ਤੇ ਪੂਰੀ ਕਾਇਨਾਤ ਵਿੱਚ ਉਦਾਸੀਨਤਾ ਛਾ ਜਾਂਦੀ ਏ, ਤੇ ਗੁਰੂ ਜੀ ਇਸ ਨੂੰ ਚੰਗੀ ਕਿਵੇਂ ਆਖਦੇ ਨੇ। ਅਸਲ ਵਿੱਚ ਗੱਲ ਇਹ ਹੈ ਕਿ ਪਤਝੜ ਜੇ ਹੋਵੇਗੀ ਤੇ ਬਸੰਤ ਹੋਏਗੀ, ਜੇ ਪਤਝੜ ਨਾ ਹੋਈ ਤੇ ਬਸੰਤ ਵੀ ਨਹੀਂ ਹੋ ਸਕਦੀ। ਸੋ ਪਤਝੜ ਨੂੰ ਇਸੇ ਕਰਕੇ ਚੰਗੀ ਗੁਰੂ ਮਹਾਰਾਜ ਜੀ ਨੇ ਆਖਿਆ, ਕਿਉਂਕਿ ਇਹੋ ਹੀ ਬਸੰਤ ਦੀ ਜਨਮਦਾਤਾ ਹੈ। ਸਾਰੀਆਂ ਰੁੱਤਾਂ ਇਸੇ ਲਈ ਹੀ ਚੰਗੀਆਂ ਨੇ ਕਿ ਜੇ ਗਰਮੀ ਆਉਂਦੀ ਹੈ ਤੇ ਸਾਨੂੰ ਸਰਦੀ ਦਾ ਅਹਿਸਾਸ ਹੁੰਦਾ ਹੈ, ਜੇ ਇਹਨਾਂ ਦੋਹਾਂ ਵਿੱਚੋਂ ਇੱਕ ਨਾ ਹੋਵੇ ਤੇ ਦੂਜੀ ਦਾ ਵੀ ਅਹਿਸਾਸ ਨਹੀਂ ਹੋ ਸਕਦਾ। ਨਾਲੇ ਫਿਰ ਅਸੀਂ ਕਿਸੇ ਵੀ ਜਗ੍ਹਾ ਤੇ ਹੋਈਏ, ਕਿਸੇ ਰੁੱਤ ਵਿੱਚ ਹੋਈਏ, ਕਿਹੋ ਜਿਹੇ ਹਾਲਾਤਾਂ ਵਿੱਚ ਹੋਈਏ, ਜੇ ਸਾਨੂੰ ਇਹਨਾਂ ਰੁੱਤਾਂ ਦਾ ਮਾਲਕ, ਇਹਨਾਂ ਰੁੱਤਾਂ ਨੂੰ ਬਣਾਉਣ ਵਾਲਾ ਵਾਹਿਗੁਰੂ ਪਰਮਾਤਮਾ ਚਿੱਤ ਵਿੱਚ ਆਉਂਦਾ ਹੈ, ਤੇ ਫਿਰ ਸਾਰੀਆਂ ਰੁੱਤਾਂ ਚੰਗੀਆਂ ਸ਼ੋਭਨੀਕ ਹੋ ਜਾਂਦੀਆਂ ਨੇ। ਸੋ ਆਓ ਹੁਣ ਅਸੀਂ ਵਿਚਾਰ ਅੱਜ ਵਾਲੀ ਪ੍ਰਾਰੰਭ ਕਰਦੇ ਹਾਂ। ਰਾਮਕਲੀ ਰਾਗ ਦੇ ਅੰਦਰ ਇਹ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ, ਜੋ ਰਾਮਕਲੀ ਦੱਖਣੀ ਰਾਗ ਦੇ ਵਿੱਚ ਹੈ। ਓਅੰਕਾਰ ਬਾਣੀ ਦਾ ਨਾਮ ਹੈ। ਅਸੀਂ ਇਸ ਨੂੰ ਬਹੁਤ ਵਾਰੀ ਪੜ੍ਹਨ ਲੱਗੇ ਦੱਖਣੀ ਓਅੰਕਾਰ ਪੜ੍ਹਦੇ ਹਾਂ। ਜੇ ਅਸੀਂ ਓਅੰਕਾਰ ਨੂੰ ਦੱਖਣੀ ਮੰਨਾਂਗੇ ਤੇ ਫਿਰ ਸਾਨੂੰ ਕੋਈ ਓਅੰਕਾਰ ਉੱਤਰੀ, ਕੋਈ ਪੂਰਬੀ ਤੇ ਕੋਈ ਪੱਛਮੀ ਵੀ ਮੰਨਣੀ ਪਏਗੀ। ਸੋ ਓਅੰਕਾਰ ਕਦੇ ਦੱਖਣੀ ਨਹੀਂ ਹੁੰਦੀ। ਦੱਖਣੀ ਇੱਕ ਕਿਸਮ ਹੈ ਰਾਮਕਲੀ ਰਾਗ ਦੇ ਅੰਦਰ। ਸੋ ਰਾਮਕਲੀ ਮਹਿਲਾ ਪਹਿਲਾ ਦੱਖਣੀ ਓਅੰਕਾਰ, ਇਹਨੂੰ ਇਸ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਸੋ ਓਅੰਕਾਰ ਬਾਣੀ ਦਾ ਨਾਮ ਹੈ। ਇਸ ਬਾਣੀ ਦੇ ਸਿਰਲੇਖ ਉੱਤੇ ਆਪਾਂ ਅੱਜ ਵਿਚਾਰ ਕਰਨੀ ਹੈ। ਓਅੰਕਾਰ ਕੀ ਹੈ, ਗੁਰੂ ਜੀ ਨੇ ਬਾਣੀ ਕਿੱਥੇ ਤੇ ਕਿਉਂ ਉਚਾਰੀ, ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਸਮਝਣ ਦੀ ਇਹਨਾਂ ਨੂੰ ਕੋਸ਼ਿਸ਼ ਕਰਦੇ ਹਾਂ।
ਪਹਿਲੀ ਗੱਲ ਇਹ ਸਮਝਦੇ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਦੂਰ ਤੱਕ ਭਾਰਤ ਵਿੱਚ ਤੇ ਇਹਦੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਭਰਮਣ ਕੀਤਾ, ਜਿਨ੍ਹਾਂ ਨੂੰ ਆਪਾਂ ਉਦਾਸੀਆਂ ਦੇ ਨਾਮ ਨਾਲ ਯਾਦ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੀ ਜਿਹੜੀ ਪਹਿਲੀ ਉਦਾਸੀ ਏ ਉਹ ਹਿੰਦੂ ਤੀਰਥਾਂ ਦੇ ਵੱਲ ਨੂੰ ਸੀ, ਪੂਰਬ ਵੱਲ ਨੂੰ। ਇਸੇ ਉਦਾਸੀ ਦੇ ਦੌਰਾਨ ਗੁਰੂ ਜੀ ਸੰਗਲਾ ਦੀਪ ਗਏ ਸਨ, ਜਿਸ ਨੂੰ ਅੱਜ ਕੱਲ੍ਹ ਆਪਾਂ ਸ਼੍ਰੀ ਲੰਕਾ ਆਖਦੇ ਹਾਂ। ਉਸ ਵਕਤ ਉੱਥੋਂ ਦਾ ਕੋਈ ਛੋਟਾ ਜਿਹਾ ਰਾਜਾ ਸੀ ਜਿਸ ਦਾ ਨਾਮ ਸ਼ਿਵਨਾਭ ਸੀ। ਗੁਰੂ ਜੀ ਉਸ ਨੂੰ ਮਿਲੇ ਸਨ। ਉਹਨੇ ਗੁਰੂ ਜੀ ਪਾਸੋਂ ਸਿੱਖਿਆ ਧਾਰਨ ਕਰਕੇ ਗੁਰੂ ਦੀ ਸਿੱਖੀ ਗ੍ਰਹਿਣ ਕੀਤੀ ਸੀ। ਗੁਰੂ ਜੀ ਉੱਥੋਂ ਵਾਪਸ ਆਉਂਦੇ ਹੋਏ ਸੋਮਨਾਥ ਆਏ, ਦੁਆਰਕਾ ਆਏ। ਉੱਥੋਂ ਹੁੰਦੇ ਹੋਏ ਦਰਿਆ ਨਰਮਦਾ ਦੇ ਕਿਨਾਰੇ ਕਿਨਾਰੇ ਚੱਲਦੇ ਗੁਰੂ ਜੀ ਇਸ ਮੰਦਰ ਦੇ ਵਿੱਚ ਪਹੁੰਚੇ ਸਨ। ਇਸ ਮੰਦਰ ਦਾ ਨਾਮ ਹੈ ਓਮਕਾਰੇਸ਼ਵਰ। ਓਮਕਾਰੇਸ਼ਵਰ ਵੀ ਆਖ ਲੈਂਦੇ ਹਾਂ। ਇਸ ਜਗ੍ਹਾ ਤੇ ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਉਹਨਾਂ ਨੇ ਇੱਥੇ ਜੋ ਅੰਦਰ ਮੰਦਰ ਵਿੱਚ ਹੁੰਦਾ ਸੀ ਉਸ ਵਕਤ, ਉਸ ਨੂੰ ਚੰਗੀ ਤਰ੍ਹਾਂ ਵੇਖਿਆ। ਇਸ ਮੰਦਰ ਦੇ ਅੰਦਰ ਸ਼ਿਵ ਦੀ ਮੂਰਤੀ ਹੈ ਤੇ ਉਸ ਸ਼ਿਵ ਦੀ ਮੂਰਤੀ ਨੂੰ ਓਅੰਕਾਰ ਆਖਿਆ ਜਾਂਦਾ। ਉਸੇ ਦੀ ਪੂਜਾ ਹੁੰਦੀ ਔਰ ਉਸ ਜਗ੍ਹਾ ਤੇ ਮੰਦਰ ਦੇ ਅੰਦਰ ਉਹਨਾਂ ਨੇ ਇੱਕ ਵਿਦਿਆਲਾ ਖੋਲ੍ਹਿਆ ਹੋਇਆ ਸੀ। ਜਿਵੇਂ ਆਪਣੇ ਆਮ ਕਰਕੇ ਗੁਰਦੁਆਰਿਆਂ ਵਿੱਚ ਇੱਕ ਨਾਲ ਆਪਾਂ ਸਕੂਲ ਵੀ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਈ ਜਾਂਦੀ ਹੈ। ਇਸੇ ਤਰ੍ਹਾਂ ਉਹਨਾਂ ਨੇ ਹਿੰਦੂ ਮਤ ਨੂੰ ਪੜ੍ਹਾਉਣ ਵਾਸਤੇ ਉਸ ਮੰਦਰ ਦੇ ਅਹਾਤੇ ਵਿੱਚ ਇੱਕ ਸਕੂਲ ਖੋਲ੍ਹਿਆ ਹੋਇਆ ਸੀ ਤੇ ਉਸ ਸਕੂਲ ਦੇ ਵਿੱਚ ਬੱਚਿਆਂ ਨੂੰ ਪੰਡਿਤ ਜੀ ਪੜ੍ਹਾਇਆ ਕਰਦੇ ਸਨ। ਪੰਡਿਤ ਜੀ ਉਹਨਾਂ ਨੂੰ ਜਦੋਂ ਓਮਕਾਰੇਸ਼ਵਰ ਯਾਨੀ ਓਅੰਕਾਰ ਦੇ ਬਾਰੇ ਜਾਣਕਾਰੀ ਦਿੰਦੇ ਤੇ ਉਸ ਨੂੰ ਸ਼ਿਵ ਦੇ ਨਾਲ ਜੋੜਦੇ, ਸ਼ਿਵ ਦੀ ਮੂਰਤੀ ਨਾਲ ਜੋੜਦੇ। ਜਦੋਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵੇਖਿਆ ਤੇ ਗੁਰੂ ਜੀ ਨੇ ਆਖਿਆ, ਪੰਡਿਤ ਜੀ ਤੁਸੀਂ ਕਹੇ ਤੇ ਓਮਕਾਰ ਰਹੇ ਹੋ ਜਾਂ ਓਮਕਾਰ ਕਹਿ ਰਹੇ ਹੋ, ਲੇਕਿਨ ਤੁਸੀਂ ਇਹਨਾਂ ਵਿਦਿਆਰਥੀਆਂ ਨੂੰ ਜੋੜ ਰਹੇ ਹੋ ਸ਼ਿਵ ਦੀ ਮੂਰਤੀ ਨਾਲ ਔਰ ਕਹਿ ਰਹੇ ਹੋ ਕਿ ਇਹੋ ਹੀ ਓਮਕਾਰ ਹੈ। ਇਹ ਜਿਹੜੀ ਤੁਸੀਂ ਪੜ੍ਹਾਈ ਇਹਨਾਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹੋ, ਇਹ ਠੀਕ ਨਹੀਂ ਲੱਗ ਰਹੀ ਮੈਨੂੰ ਗੱਲ। ਤੇ ਉਹਨਾਂ ਨੇ ਫਿਰ ਪੁੱਛਿਆ, ਜੀ ਸਾਨੂੰ ਇਹ ਦੱਸੋ ਠੀਕ ਕੀ ਏ। ਜਦੋਂ ਉਹਨਾਂ ਨੇ ਪੁੱਛਿਆ ਠੀਕ ਕੀ ਏ ਤਾਂ ਗੁਰੂ ਜੀ ਨੇ ਉੱਥੇ ਇਹ 54 ਪੌੜੀਆਂ ਦੇ ਆਧਾਰ ਤੇ ਬਾਣੀ ਜਿਹੜੀ ਉੱਥੇ ਉਚਾਰੀ ਏ। ਉਸ ਬਾਣੀ ਦੇ ਅੰਦਰ ਗੁਰੂ ਜੀ ਨੇ ਉਸ ਪੰਡਿਤ ਨੂੰ ਜਿਹੜਾ ਬੱਚਿਆਂ ਨੂੰ ਵਿੱਦਿਆ ਪੜ੍ਹਾ ਰਿਹਾ ਸੀ, ਉਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਬਚਨ ਲਿਖੇ ਹੋਏ ਨੇ। ਆਪਾਂ ਇਸ ਬਾਣੀ ਦੀ ਪਹਿਲੀ ਪੌੜੀ, ਰਹਾਉ ਵਾਲੀਆਂ ਪੰਕਤੀਆਂ ਤੇ ਇੱਕ ਅਖੀਰਲੀ ਪੌੜੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਤੋਂ ਸਾਨੂੰ ਸਾਰੀ ਗੱਲ ਸਪਸ਼ਟ ਹੋ ਜਾਏਗੀ ਕਿ ਪੰਡਿਤ ਪੜ੍ਹਾ ਕੀ ਰਿਹਾ ਸੀ ਤੇ ਅਸਲੀਅਤ ਕੀ ਹੈ। ਇਸੇ ਤਰ੍ਹਾਂ ਸਾਡੇ ਜਿੰਨੇ ਵੀ ਵਿਦਿਆਲੇ ਨੇ, ਜ਼ਰੂਰੀ ਨਹੀਂ ਕਿ ਉਹ ਜਿਹੜੇ ਗੁਰਦੁਆਰਿਆਂ ਨਾਲ ਸੰਬੰਧਿਤ ਨੇ, ਜਿਨ੍ਹਾਂ ਵਿੱਚ ਸਰਕਾਰੀ ਤੌਰ ਤੇ ਬੱਚਿਆਂ ਤੋਂ ਫੀਸ ਲੈ ਕੇ ਵਿੱਦਿਆ ਪੜ੍ਹਾਈ ਜਾਂਦੀ ਏ, ਉਹਨਾਂ ਵਿਦਿਆਲਿਆਂ ਦੇ ਵਿੱਚ ਵੀ ਜਿਹੜੀ ਗੁਰਮਤਿ ਪੜ੍ਹਾਈ ਜਾਂਦੀ ਏ ਉਹ ਕੁਝ ਹੋਰ ਏ
ਤੇ ਸਹੀ ਅਰਥਾਂ ਵਿੱਚ ਗੁਰਮਤਿ ਕੁਝ ਹੋਰ ਏ। ਸੋ ਇਹ ਜੀ ਸਾਨੂੰ ਸਭਨਾਂ ਨੂੰ ਸਮਝਣਾ ਚਾਹੀਦਾ। ਜਿੰਨੇ ਵੀ ਲੋਕ, ਵੈਸੇ ਇਹਦੇ ਵਿੱਚ ਗੁਰੂ ਜੀ ਨੇ ਟੀਚਰ ਨੂੰ ਹੀ ਸੰਬੋਧਨ ਕੀਤਾ ਪਾਂਧਾ ਆਖ ਕੇ, ਆਪਾਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਆਹ ਜਿਹੜੀ ਤਸਵੀਰ ਹੈ ਤੁਹਾਡੇ ਸਾਹਮਣੇ, ਇਹਦੇ ਵਿੱਚ ਇੱਕ ਗੁਰਦੁਆਰਾ ਨਜ਼ਰ ਆ ਰਿਹਾ ਹੈ। ਇਸ ਗੁਰਦੁਆਰੇ ਨੂੰ ਵੀ ਓਂਕਾਰੇਸ਼ਵਰ ਸਾਹਿਬ ਆਖਿਆ ਜਾਂਦਾ ਹੈ। ਇਹ ਜ਼ਿਲ੍ਹਾ ਖੰਡਵਾ, ਸਟੇਟ ਮੱਧਿਆ ਪ੍ਰਦੇਸ਼, ਭਾਰਤ ਵਿੱਚ ਮੌਜੂਦ ਹੈ। ਇੱਥੇ ਹੀ ਉਹ ਮੰਦਿਰ ਸੀ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ। ਮੰਦਿਰ ਦੇ ਬਾਹਰਲੇ ਪਾਸੇ ਜਿੱਥੇ ਉਹ ਬਿਰਾਜਮਾਨ ਹੋਏ ਸਨ, ਉੱਥੇ ਬਾਅਦ ਵਿੱਚ ਸਿੱਖਾਂ ਨੇ ਗੁਰਦੁਆਰਾ ਸਥਾਪਿਤ ਕੀਤਾ ਸੀ। ਆਓ ਅਸੀਂ ਪਹਿਲੀ ਪੌੜੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪੰਡਿਤ ਬੱਚਿਆਂ ਦੀ ਤਖਤੀ ਉੱਤੇ ਲਿਖਦਾ ਸੀ ਓੰਕਾਰ ਜਾਂ ਓਮਕਾਰ, ਜਾਂ ਗੁਰੂ ਜੀ ਨੇ ਲਿਖਿਆ ਉਹ ਓਨਮ ਅੱਖਰ ਲਿਖਦਾ ਸੀ, ਜਿਸ ਨੂੰ ਅਸੀਂ ਅੱਜ ਓਮ ਕਹਿ ਸਕਦੇ ਹਾਂ। ਓਮ ਨਮః ਸ਼ਿਵਾਏ, ਇਹ ਉਹਨਾਂ ਦਾ ਇੱਕ ਮੰਤਰ ਹੈ। ਜਿਵੇਂ ਸਾਡੇ ਕੋਲ ਇੱਕ ਗੁਰ ਮੰਤਰ ਹੈ ਵਾਹਿਗੁਰੂ, ਓਮ ਨਮః ਸ਼ਿਵਾਏ, ਇਹ ਉਹਨਾਂ ਦੇ ਕੋਲ ਇੱਕ ਮੰਤਰ ਹੈ ਜਿਹੜਾ ਬੱਚਿਆਂ ਦੀ ਤਖਤੀ ਤੇ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਤੇ ਫਿਰ ਅੱਗੇ ਹੋਰ ਵਿੱਦਿਆ ਪੜ੍ਹਾਈ ਜਾਂਦੀ। ਗੁਰਬਾਣੀ ਦੇ ਵਿੱਚ ਜਦੋਂ ਵੀ ਨਵੀਂ ਬਾਣੀ ਸ਼ੁਰੂ ਹੁੰਦੀ ਹੈ, ਉੱਤੇ ਪਰਮੇਸ਼ਵਰ ਦੀ ਉਸਤਤ ਵਿੱਚ ਇੱਕ ਮੰਗਲਾ ਚਰਨ ਲਿਖਿਆ ਜਾਂਦਾ ਹੈ। ਜਦੋਂ ਆਪਾਂ ਕੋਈ ਖਤ, ਕੋਈ ਚਿੱਠੀ ਪੱਤਰ ਲਿਖਦੇ ਹਾਂ, ਉਹਦੇ ਉੱਤੇ ਵੀ ਅਸੀਂ ਕੁਝ ਨਾ ਕੁਝ ਪਰਮਾਤਮਾ ਦੀ ਯਾਦ ਵਿੱਚ ਕੋਈ ਸ਼ਬਦ ਜ਼ਰੂਰ ਲਿਖਦੇ ਹਾਂ। ਇਸੇ ਤਰ੍ਹਾਂ ਬੱਚਿਆਂ ਨੂੰ ਜਦੋਂ ਵਿੱਦਿਆ ਸ਼ੁਰੂ ਹੁੰਦੀ ਪੜ੍ਹਨੀ, ਤੇ ਪਹਿਲਾ ਅੱਖਰ ਜਿਹੜਾ ਉਹਨਾਂ ਦੀ ਪੱਟੀ ਤੇ ਲਿਖਿਆ ਜਾਂਦਾ ਉਹ ਸੀ ਓਮ ਨਮః ਸ਼ਿਵਾਏ। ਉਸ ਤੋਂ ਅੱਗੇ ਪੰਡਤ ਜੀ ਆਪਣੀ ਗੱਲ ਜੋ ਬੱਚਿਆਂ ਨੂੰ ਸਿਖਾਉਣੀ ਹੁੰਦੀ ਉਹ ਸਿਖਾਉਂਦੇ। ਹੁਣ ਇੱਥੇ ਗੁਰੂ ਜੀ ਆਖਦੇ ਨੇ ਕਿ ਪੰਡਿਤ ਜੀ ਤੁਸੀਂ ਸ਼ਿਵ ਦੀ ਮੂਰਤੀ ਨੂੰ ਓੰਕਾਰ ਕਹਿੰਦੇ ਹੋ, ਤੇ ਇਹ ਵੀ ਕਹਿੰਦੇ ਹੋ ਕਿ ਇਸ ਨੇ ਜਗਤ ਦੀ ਰਚਨਾ ਕੀਤੀ ਹੈ, ਇਹ ਓੰਕਾਰ ਹੈ। ਲੇਕਿਨ ਆਓ ਮੈਂ ਤੁਹਾਨੂੰ ਦੱਸਾਂ ਓੰਕਾਰ ਕਿਸ ਨੂੰ ਆਖਦੇ ਨੇ। ਵੇਦਾਂ ਦੇ ਅੰਦਰ ਜਿਹੜਾ ਓਮ ਸ਼ਬਦ ਹੈ, ਉਸ ਦਾ ਇੱਕ ਅਰਥ ਹੁੰਦਾ ਹੈ ਬ੍ਰਹਮ। ਬ੍ਰਹਮ ਦਾ ਅਰਥ ਹੁੰਦਾ ਹੈ ਪਰਮਾਤਮਾ, ਉਹ ਸ਼ਕਤੀ ਜਿਹੜੀ ਪੂਰੇ ਬ੍ਰਹਿਮੰਡਾਂ ਵਿੱਚ ਫੈਲੀ ਹੋਈ ਜਾਂ ਸਮਾਈ ਹੋਈ ਹੈ। ਗੁਰੂ ਜੀ ਨੇ ਆਖਿਆ ਓੰਕਾਰ ਬ੍ਰਹਮਾ ਉਤਪਤ। ਕੋਈ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿਸੇ ਬ੍ਰਹਮਾ ਨੇ ਇਹਨਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੋਵੇ। ਇਸ ਤਰ੍ਹਾਂ ਵੀ ਨਹੀਂ ਹੋ ਸਕਦਾ ਕਿਸੇ ਸ਼ਿਵ ਨੇ ਇਹਨਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੋਵੇ, ਜਾਂ ਕਿਸੇ ਹੋਰ ਦੇਵੀ ਦੇਵਤੇ ਨੇ ਜਾਂ ਕਿਸੇ ਵਿਅਕਤੀ ਨੇ ਕੀਤੀ ਹੋਵੇ। ਓੰਕਾਰ, ਜਿਸ ਤਰ੍ਹਾਂ ਓਮ ਦੇ ਅਰਥ ਬ੍ਰਹਮ ਹਨ, ਇਸ ਤਰ੍ਹਾਂ ਗੁਰਮੁਖੀ ਵਿੱਚ ਉਹਨੂੰ ਓੰਗ ਲਿਆ ਗਿਆ ਹੈ। ਓੰਗ ਦੇ ਅਰਥ ਹਨ ਬ੍ਰਹਮ, ਤੇ ਕਾਰ ਦੇ ਅਰਥ ਇਹ ਕਿਸੇ ਸ਼ਬਦ ਦੇ ਪਿੱਛੇ ਲੱਗ ਕੇ ਇਸ ਨੂੰ ਪਿਛੇਤਰ ਆਖਦੇ ਨੇ ਪੰਜਾਬੀ ਵਿੱਚ। ਜਦੋਂ ਕਿਸੇ ਅਕਸ਼ਰ ਦੇ ਪਿੱਛੇ ਇਹ ਪਿਛੇਤਰ ਕਾਰ ਲੱਗ ਜਾਏ ਤੇ ਉਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਨੇ ਲਗਾਤਾਰ ਬਣ ਜਾਂਦਾ ਹੈ। ਕੋਈ ਚੀਜ਼ ਲਗਾਤਾਰ ਵਿਆਪਕ ਹੈ। ਜਿਵੇਂ ਧੁਨਕਾਰ ਸ਼ਬਦ ਉਹਨਾਂ ਨੇ ਲਿਆ ਹੋਇਆ ਹੈ ਕਿ ਇੱਕ ਧੁਨੀ ਹੁੰਦੀ ਏ ਤੇ ਉਹ ਧੁਨੀ ਅਸੀਂ ਘੰਟੀ ਦੇ ਉੱਤੇ ਥੋੜੀ ਦੇ ਨਾਲ ਚੋਟ ਕਰਦੇ ਹਾਂ ਤੇ ਉਹਦੇ ਵਿੱਚੋਂ ਇੱਕ ਧੁਨੀ ਨਿਕਲਦੀ ਏ, ਲੇਕਿਨ ਉਹ ਲਗਾਤਾਰ ਨਹੀਂ ਹੁੰਦੀ। ਉਹ ਕਿਸੇ ਸਮੇਂ ਪੈਦਾ ਹੁੰਦੀ ਤੇ ਕਿਸੇ ਸਮੇਂ ਜਾ ਕੇ ਖਤਮ ਹੋ ਜਾਂਦੀ। ਲੇਕਿਨ ਉਸ ਧੁਨ ਦੇ ਪਿੱਛੇ ਜਦੋਂ ਕਾਰ ਸ਼ਬਦ ਲੱਗ ਜਾਏ, ਧੁਨਕਾਰ, ਫਿਰ ਉਹਦਾ ਮਤਲਬ ਹੁੰਦਾ ਹੈ ਉਹ ਧੁਨੀ ਜਿਹੜੀ ਲਗਾਤਾਰ ਹੋ ਰਹੀ ਹੈ, ਜਿਹੜੀ ਕਦੀ ਖਤਮ ਨਹੀਂ ਹੁੰਦੀ, ਤੇ ਜਿਹਦਾ ਨਾ ਕੋਈ ਆਦ ਹੁੰਦਾ ਹੈ ਤੇ ਨਾ ਕੋਈ ਅੰਤ ਹੁੰਦਾ ਹੈ।
ਉਹ ਇੱਕ ਸਰਕਲ ਦੀ ਤਰ੍ਹਾਂ ਹੁੰਦੀ ਏ। ਉਹਦਾ ਸਾਨੂੰ ਆਦ ਵੀ ਨਹੀਂ ਲੱਭਦਾ ਤੇ ਉਹਦਾ ਸਾਨੂੰ ਅੰਤ ਵੀ ਨਹੀਂ ਲੱਭ ਸਕਦਾ। ਸੋ ਓਮ ਦੇ ਨਾਲ ਗੁਰੂ ਜੀ ਨੇ ਕਾਰ ਇਸ ਲਈ ਲਗਾਇਆ ਇਹ ਸ਼ਬਦ। ਇਹਦੇ ਚੋਂ 2-3 ਅਰਥ ਨਿਕਲਣੇ ਨੇ। ਇੱਕ ਅਰਥ ਤੇ ਕਾਰ ਦਾ ਇਹ ਨਿਕਲਣਾ ਹੈ ਕਿ ਉਹ ਜਿਹੜਾ ਬ੍ਰਹਮ ਹੈ, ਪਰਮਾਤਮਾ, ਉਹ ਲਗਾਤਾਰ ਇੱਕ ਰਸ ਪੂਰਿਆਂ ਬ੍ਰਹਿਮੰਡਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਦੂਸਰਾ, ਉਹਦਾ ਨਾ ਕੋਈ ਅੰਤ ਲੱਭ ਸਕਦਾ ਤੇ ਨਾ ਉਹਦਾ ਕੋਈ ਆਦ ਲੱਭ ਸਕਦਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਬ੍ਰਹਮ ਦਾ ਨਾ ਆਦ ਹੈ, ਨਾ ਮੱਧ ਹੈ ਤੇ ਨਾ ਅੰਤ ਹੈ। ਉਹਦੀ ਬਣਾਈ ਹੋਈ ਸ੍ਰਿਸ਼ਟੀ ਦਾ ਆਦ ਵੀ ਹੋ ਸਕਦਾ ਹੈ, ਮੱਧ ਵੀ ਹੋ ਸਕਦਾ ਹੈ ਤੇ ਅੰਤ ਵੀ ਹੋ ਸਕਦਾ ਹੈ, ਜੋ ਕਿ ਕਈ ਦਫਾ ਹੋਇਆ ਏ। ਸਾਇੰਸ ਇਸ ਨੂੰ ਮੰਨਦੀ ਏ ਕਿ ਇਹ ਜਿੰਨੇ ਬ੍ਰਹਿਮੰਡ ਦੇ ਵਿੱਚ ਗ੍ਰਹਿ, ਨਛੱਤਰ, ਪਲੈਨਟਸ ਸਾਨੂੰ ਨਜ਼ਰ ਆਉਂਦੇ ਨੇ, ਇਹ ਕਦੀ ਹੁੰਦੇ ਨੇ ਇਸ ਬ੍ਰਹਿਮੰਡ ਵਿੱਚ, ਕਦੀ ਨਹੀਂ ਹੁੰਦੇ। ਨਵੇਂ ਬਣ ਰਹੇ ਨੇ, ਪੁਰਾਣੇ ਬਿਨਸ ਰਹੇ ਨੇ। ਇਹ ਪੂਰਾ ਬ੍ਰਹਿਮੰਡ ਕਦੇ ਵੱਧਦਾ ਰਹਿੰਦਾ, ਕਦੇ ਘਟਦਾ ਰਹਿੰਦਾ, ਕਦੀ ਇੱਕ ਥਾਂ ਤੇ ਰੁਕਦਾ ਨਹੀਂ। ਸੋ ਇਸ ਪੂਰੇ ਬ੍ਰਹਿਮੰਡ ਦਾ, ਇਸ ਖਲਾ ਦਾ ਅਸੀਂ ਆਦ ਵੀ ਲੱਭ ਸਕਦੇ ਹਾਂ, ਇਹਦਾ ਅੰਤ ਵੀ ਲੱਭ ਸਕਦੇ ਹਾਂ, ਇਹਦਾ ਮੱਧ ਵੀ ਲੱਭਿਆ ਜਾ ਸਕਦਾ ਹੈ। ਲੇਕਿਨ ਓੰਕਾਰ, ਜਿਸ ਨੂੰ ਬ੍ਰਹਮ ਆਖਿਆ ਜਾਂਦਾ, ਉਹਦਾ ਨਾ ਆਦ ਹੈ, ਨਾ ਮੱਧ ਹੈ ਤੇ ਨਾ ਅੰਤ ਹੈ। ਤੇ ਪੰਡਿਤ ਜੀ, ਬ੍ਰਹਮਾ ਉਤਪਤ, ਜੇ ਬ੍ਰਹਮਾ ਤੁਸੀਂ ਕਹਿੰਦੇ ਹੋ ਹੈ ਜਿਸ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ, ਉਹ ਬ੍ਰਹਮਾ ਵੀ ਓੰਕਾਰ ਤੋਂ ਹੀ ਪੈਦਾ ਹੋਇਆ ਹੈ, ਉਸ ਤੋਂ ਪਹਿਲਾਂ ਦਾ ਨਹੀਂ ਹੈ ਉਹ। ਅਸੀਂ ਮੰਨਦੇ ਹਾਂ ਕਿ ਬ੍ਰਹਮਾ ਜੀ ਪੈਦਾ ਹੋਏ, ਭਾਵੇਂ ਉਹ ਮਿਥਿਹਾਸ ਹੈ, ਭਾਵੇਂ ਉਹ ਇਤਿਹਾਸ ਹੈ, ਜੋ ਵੀ ਹੈ, ਲੇਕਿਨ ਬ੍ਰਹਮਾ ਜੀ ਪੈਦਾ ਹੋਏ। ਕਦੀ ਉਹਨਾਂ ਦੀ ਹੋਂਦ ਬਣੀ, ਕਦੀ ਨਹੀਂ ਸੀ, ਲੇਕਿਨ ਓੰਕਾਰ ਦੀ ਹੋਂਦ ਹਮੇਸ਼ਾ ਹੁੰਦੀ ਹੈ। ਉਸ ਓੰਕਾਰ ਤੋਂ ਹੀ ਬ੍ਰਹਮਾ ਦੀ ਉਤਪੱਤੀ ਹੋਈ। ਓੰਕਾਰ ਕੀਆ ਜਿਨ ਚਿੱਤ, ਉਸ ਨੂੰ ਓੰਕਾਰ ਆਖਦੇ ਨੇ, ਉਸ ਨੂੰ ਓਮ ਨਮः ਸ਼ਿਵਾਏ ਆਖਦੇ ਨੇ, ਜਿਸ ਨੂੰ ਬ੍ਰਹਮਾ ਨੇ ਆਪਣੇ ਚਿੱਤ ਵਿੱਚ ਵਸਾਇਆ, ਜਿਹੜਾ ਸਦੀਵ ਕਾਲ ਹੈ। ਓੰਕਾਰ ਸੈਲ ਜੁਗ ਭਏ, ਉਸ ਪਰਮਾਤਮਾ ਤੋਂ, ਉਸ ਓੰਕਾਰ ਤੋਂ ਹੀ ਸਾਰੀ ਇਹ ਬ੍ਰਹਿਮੰਡੀ ਰਚਨਾ, ਯਾਨੀ ਸੈਲ ਦਾ ਅਰਥ ਹੁੰਦਾ ਹੈ ਪਹਾੜ। ਇਹ ਪਹਾੜ ਆਦਿਕ ਜੋ ਸਾਨੂੰ ਇਸ ਬ੍ਰਹਿਮੰਡ ਵਿੱਚ ਨਜ਼ਰ ਆਉਂਦਾ ਹੈ। ਯੁੱਗ ਦਾ ਮਤਲਬ ਹੁੰਦਾ ਹੈ ਜੀ ਸਮਾਂ। ਯੁੱਗ, ਸਮੇਂ ਨੂੰ ਜਦੋਂ ਅਸੀਂ ਵੰਡ ਲੈਂਦੇ ਹਾਂ ਤੇ ਉਹ ਉਸ ਨੂੰ ਯੁੱਗ ਆਖਦੇ ਹਾਂ। ਉਂਝ ਇਹਦਾ ਅਰਥ ਹੁੰਦਾ ਹੈ ਸਮਾਂ, ਵਕਤ। ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਇਹ ਬ੍ਰਹਿਮੰਡੀ ਰਚਨਾ ਬਣੀ ਤੇ ਉਸੇ ਤੋਂ ਹੀ ਵਕਤ ਬਣਿਆ, ਸਮਾਂ ਬਣਿਆ। ਜਦੋਂ ਇਹ ਬ੍ਰਹਿਮੰਡੀ ਰਚਨਾ ਨਹੀਂ ਸੀ, ਯਾਨੀ ਜਦੋਂ ਸੂਰਜ ਨਹੀਂ ਸੀ, ਉਦੋਂ ਸਮਾਂ ਵੀ ਨਹੀਂ ਸੀ। ਸਮਾਂ ਸੂਰਜ ਦੇ ਬਣਨ ਨਾਲ ਬਣਿਆ ਤੇ ਆਪਾਂ ਲੋਕਾਂ ਨੇ ਉਸ ਸਮੇਂ ਨੂੰ ਜਿਹੜਾ ਨਾਪਿਆ ਹੈ, ਉਹ ਧਰਤੀ ਦੇ ਉਹਦੇ ਦੁਆਲੇ ਚੱਕਰ ਲਗਾਉਣ ਦੇ ਹਿਸਾਬ ਨਾਲ ਉਸ ਨੂੰ ਨਾਪਿਆ ਹੋਇਆ ਹੈ। ਇਸ ਤੋਂ ਪਹਿਲਾਂ ਕੋਈ ਸਮਾਂ ਨਹੀਂ ਸੀ ਹੁੰਦਾ। ਸੋ ਗੁਰੂ ਜੀ ਨੇ ਆਖਿਆ, ਪੰਡਿਤ ਜੀ, ਜਿਹੜੀ ਇਹ ਬ੍ਰਹਿਮੰਡੀ ਰਚਨਾ ਹੋਈ, ਜਿਹਦੇ ਵਿੱਚ ਸਮਾਂ ਬਣਿਆ ਹੈ, ਸਾਰਾ ਕੁਝ, ਇਹ ਸਭ ਕੁਝ ਓੰਕਾਰ ਤੋਂ ਪੈਦਾ ਹੋਇਆ ਹੈ। ਜਿਹਨੂੰ ਆਪਾਂ ਬਿਗ ਬੈਂਗ ਕਹਿ ਰਹੇ ਹਾਂ, ਉਹ ਕਿਸੇ ਹੋਰ ਤੋਂ ਨਹੀਂ ਪੈਦਾ ਹੋਇਆ, ਉਹ ਓੰਕਾਰ ਤੋਂ ਹੀ ਪੈਦਾ ਹੋਇਆ। ਓੰਕਾਰ ਵੇਦ ਨਿਰਮਏ। ਨਿਰਮਏ ਦਾ ਮਤਲਬ ਹੁੰਦਾ ਹੈ ਜੀ ਪੈਦਾ ਹੋਣਾ ਜਾਂ ਬਣਨਾ ਜਾਂ ਉਪਜਣਾ। ਜਿਹੜੇ ਵੇਦ ਸ਼ਾਸਤਰ ਪੈਦਾ ਹੋਏ ਨੇ, ਇਹ ਵੀ ਓੰਕਾਰ ਤੋਂ ਹੀ ਪੈਦਾ ਹੋਏ ਨੇ। ਇਹ ਓੰਕਾਰ ਤੋਂ ਪੈਦਾ ਕਿਵੇਂ ਹੋਏ? ਆਖਰ ਇਹ ਕਿਸੇ ਮਨੁੱਖ ਦੀ ਰਾਹੀਂ ਧਰਤੀ ਤੇ ਇਹ ਬਾਣੀ ਆਈ ਏ, ਸਾਡੇ ਤੱਕ ਪਹੁੰਚੀ ਏ। ਉਹ ਜਿਹੜਾ ਮਨੁੱਖ ਸੀ ਜਿਸ ਤੋਂ ਇਹ ਬਾਣੀ ਪੈਦਾ ਹੋਈ, ਉਹ ਓੰਕਾਰ ਤੋਂ ਹੀ ਪੈਦਾ ਹੋਇਆ। ਇਸ ਬਿਨਾਂ ਤੇ ਉਹ ਬਾਣੀ ਵੀ ਓੰਕਾਰ ਤੋਂ ਹੀ ਪੈਦਾ ਹੁੰਦੀ ਏ। ਮੈਂ ਬੋਲਦਾ ਹਾਂ, ਤੁਸੀਂ ਬੋਲਦੇ ਹੋ, ਉਹ ਬਾਣੀ ਕਿੱਥੋਂ ਪੈਦਾ ਹੁੰਦੀ ਏ?
ਜਦੋਂ ਸਾਡੇ ਵਿੱਚੋਂ ਓੰਕਾਰ ਦੀ ਸ਼ਕਤੀ ਨਿਕਲ ਜਾਏਗੀ ਜਾਂ ਨਾ ਰਹੇਗੀ, ਫਿਰ ਇਹ ਬਾਣੀ ਪੈਦਾ ਨਹੀਂ ਹੋ ਸਕੇਗੀ। ਜੇ ਇਹ ਬਾਣੀ ਪੈਦਾ ਹੋ ਰਹੀ ਏ, ਹੁਣ ਸਾਨੂੰ ਲੱਗ ਰਿਹਾ ਕਿ ਕਿਸੇ ਬੰਦੇ ਤੋਂ ਪੈਦਾ ਹੋ ਰਹੀ ਏ, ਅਸਲ ਵਿੱਚ ਇਹਦਾ ਪਿਛੋਕੜ ਜਿਹੜਾ ਹੈ ਉਹ ਆਦਮੀ ਨਹੀਂ ਹੈ। ਇਹਦੇ ਪਿਛੋਕੜ ਵਿੱਚ ਓੰਕਾਰ ਹੈ, ਓਮਕਾਰ ਹੈ, ਉਹ ਬ੍ਰਹਮ ਹੈ ਜਿਹੜਾ ਸ਼ੁੱਧ ਸਵਰੂਪ ਵਾਲਾ ਏ। ਇਸ ਬਿਨਾਂ ਤੇ ਉਹਦੇ ਤੋਂ ਹੀ ਸਾਰੇ ਧਰਮ ਗ੍ਰੰਥ ਪੈਦਾ ਹੋਏ, ਉਹਦੇ ਤੋਂ ਹੀ 4 ਖਾਣੀਆਂ ਪੈਦਾ ਹੋਈਆਂ, ਉਹਦੇ ਤੋਂ ਹੀ 4 ਬਾਣੀਆਂ ਪੈਦਾ ਹੋਈਆਂ। ਓੰਕਾਰ ਸ਼ਬਦ ਉਧਰੇ, ਉਧਰੇ ਤੋਂ ਮਤਲਬ ਹੁੰਦਾ ਹੈ ਜੀ ਭਲਾ ਹੋਣਾ ਕਿਸੇ ਜੀਵ ਦਾ। ਸ਼ਬਦ ਦੁਆਰਾ, ਓੰਕਾਰ ਤੋਂ ਹੀ ਉਹ ਸ਼ਬਦ ਪੈਦਾ ਹੋਇਆ ਜਿਸ ਸ਼ਬਦ ਵਿੱਚ ਜੁੜ ਕੇ ਕਿਸੇ ਜੀਵ ਦਾ, ਕਿਸੇ ਮਨੁੱਖ ਦਾ ਭਲਾ ਹੋ ਸਕਦਾ ਹੈ। ਉਹ ਸ਼ਬਦ ਵੀ ਉਸ ਓੰਕਾਰ ਤੋਂ ਹੀ ਪੈਦਾ ਹੋਇਆ ਹੈ। ਓੰਕਾਰ ਗੁਰਮੁਖ ਤਰੇ, ਤਰਨ ਦਾ ਮਤਲਬ ਹੁੰਦਾ ਹੈ ਜੀ ਭਵ ਸਾਗਰ ਨੂੰ ਪਾਰ ਕਰਨਾ, ਤੇ ਭਵ ਦਾ ਮਤਲਬ ਹੁੰਦਾ ਹੈ ਜਨਮ ਲੈਣਾ। ਇਹ ਜਿਹੜਾ ਜਨਮ ਤੇ ਮਰਨ ਦਾ ਸਾਗਰ ਹੈ, ਇਸ ਨੂੰ ਪਾਰ ਕੀਤਾ ਜਾ ਸਕਦਾ ਹੈ ਉਹ ਵੀ ਗੁਰੂ ਦੀ ਰਾਹੀਂ। ਗੁਰੂ ਵੀ ਉਹ ਜਿਹੜਾ ਓੰਕਾਰ ਦੀ ਰਾਹੀਂ ਸਾਨੂੰ ਕੁਝ ਸਿੱਖਿਆ ਦੇਵੇ, ਓੰਕਾਰ ਦੇ ਬਾਰੇ ਸਮਝਾਵੇ, ਨਾ ਕਿ ਕਿਸੇ ਮੂਰਤੀ ਦੇ ਬਾਰੇ, ਨਾ ਕਿ ਕਿਸੇ ਹੋਰ ਵਿਅਕਤੀ ਦੇ ਬਾਰੇ, ਨਾ ਕਿ ਕਿਸੇ ਹੋਰ ਆਕਾਰ ਦੇ ਬਾਰੇ। ਸਾਡਾ ਜੇ ਭਲਾ ਹੋਣਾ ਹੈ, ਜੇ ਅਸੀਂ ਭਵ ਸਾਗਰ ਨੂੰ ਪਾਰ ਕਰਨਾ ਹੈ, ਤੇ ਉਹ ਸ਼ਬਦ ਦੀ ਰਾਹੀਂ ਕਰਨਾ ਹੈ, ਤੇ ਸ਼ਬਦ ਵੀ ਉਹ ਹੀ ਜਿਹੜਾ ਬ੍ਰਹਮ ਤੋਂ ਪੈਦਾ ਹੋਇਆ ਹੋਵੇ। ਓਨਮ ਅੱਖਰ ਸੁਨੋ ਵਿਚਾਰ, ਇੱਥੇ ਜਿਹੜਾ ਓਨਮ ਸ਼ਬਦ ਹੈ, ਇਸ ਨੂੰ ਹੀ ਓਮ ਆਖਿਆ ਜਾਂਦਾ ਹੈ। ਓਮ ਅੱਖਰਾਂ ਦੀ ਜਿਹੜੀ ਤੁਸੀਂ ਤਖਤੀ ਉੱਤੇ ਲਿਖ ਕੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਸਿਖਾ ਰਹੇ ਹੋ, ਤੇ ਤੁਸੀਂ ਜੋੜ ਰਹੇ ਹੋ ਸ਼ਿਵ ਦੀ ਮੂਰਤੀ ਨਾਲ, ਇਸ ਦੀ ਵਿਚਾਰ ਨੂੰ ਸਮਝ ਲਵੋ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਉਸ ਪੰਡਿਤ ਨੂੰ ਆਖੀ। ਓਨਮ ਅੱਖਰ ਤ੍ਰਿਭਵਨ ਸਾਰ, ਤ੍ਰਿਭਵਨ ਦਾ ਮਤਲਬ ਹੁੰਦਾ ਹੈ ਜੀ 3 ਭਵਨ। 3 ਭਵਨ ਦਾ ਮਤਲਬ ਹੁੰਦਾ ਹੈ ਇਹ ਭਵਨ ਜਿਹੜੀ ਧਰਤੀ ਲੋਕ ਹੈ, ਮਾਤ ਲੋਕ ਜਿਹਨੂੰ ਆਪਾਂ ਆਖਦੇ ਹਾਂ। ਇੱਕ ਇਸ ਤੋਂ ਥੱਲੇ ਵਾਲੇ ਭਵਨ ਨੇ ਜਿਨ੍ਹਾਂ ਨੂੰ ਆਪਾਂ ਪਾਤਾਲ ਲੋਕ ਆਖਦੇ ਹਾਂ। ਇੱਕ ਇਸ ਤੋਂ ਉੱਪਰ ਭਵਨ ਨੇ ਜਿਨ੍ਹਾਂ ਨੂੰ ਅਸੀਂ ਆਕਾਸ਼ ਲੋਕ ਆਖਦੇ ਹਾਂ। ਸੋ ਇਹ 3 ਭਵਨ ਮੰਨੇ ਜਾਂਦੇ ਨੇ। ਓਨਮ ਅੱਖਰ ਤ੍ਰਿਭਵਨ ਸਾਰ, ਇਹਨਾਂ 3 ਹੀ ਭਵਨਾਂ ਦਾ ਸਾਰ ਮੈਨੇ ਤੱਤ। ਉਹ ਤੱਤ ਕੀ ਇਹਨਾਂ 3 ਹੀ ਭਵਨਾਂ ਦਾ? ਉਹ ਹੈ ਓਨਮ ਅੱਖਰ, ਯਾਨੀ ਓਮ ਅੱਖਰ, ਓੰਕਾਰ ਅੱਖਰ। ਇਸ ਲਈ ਸਾਨੂੰ ਗੁਰੂ ਸਾਹਿਬ ਨੇ ਇੱਕ ਓੰਕਾਰ ਨਾਲ ਜੋੜਿਆ। ਹੁਣ ਸਾਡੀ ਸਮਝ ਵਿੱਚ ਆ ਜਾਣਾ ਚਾਹੀਦਾ ਵੀ ਗੁਰੂ ਜੀ ਨੇ ਇਹਦੇ ਨਾਲ ਇੱਕ ਕਿਉਂ ਲਗਾਇਆ ਹੈ। ਆਹ ਕਾਰਨ ਸੀ ਇੱਕ ਲਗਾਉਣ ਦਾ, ਕਿਉਂਕਿ ਪੰਡਿਤ ਲੋਕ ਪੜ੍ਹਾ ਤੇ ਓਮਕਾਰ ਹੀ ਰਿਹਾ ਸੀ, ਲੇਕਿਨ ਜੋੜ ਕਿਸੇ ਹੋਰ ਚੀਜ਼ ਨਾਲ ਰਿਹਾ ਸੀ। ਤੇ ਉਸ ਬਿਨਾਂ ਤੇ ਉਹਨਾਂ ਨੇ 33 ਦੇਵੀਆਂ ਦੇਵਤੇ, ਕਿਸੇ ਨੇ 3300 ਕਿਹਾ, ਕਿਸੇ ਨੇ 33,000 ਕਿਹਾ ਹੈ, ਕਈਆਂ ਨੇ 33 ਕਰੋੜ ਵੀ ਕਹਿ ਦਿੱਤਾ ਹੈ ਕਿ ਹਿੰਦੂ ਧਰਮ ਵਿੱਚ 33 ਕਰੋੜ ਦੇਵੀਆਂ ਦੇਵਤੇ ਨੇ। ਤੇ ਉਹਨਾਂ ਨੂੰ ਵੀ ਓਮਕਾਰ ਨਾਲ ਜੋੜਿਆ ਜਾ ਰਿਹਾ ਸੀ। ਇਸ ਲਈ ਗੁਰੂ ਜੀ ਨੇ ਨਾਲ ਇੱਕ ਸ਼ਬਦ ਲਗਾਇਆ ਹੈ ਕਿ ਜਿਸ ਨੂੰ ਤੁਸੀਂ ਓਮਕਾਰ ਕਹਿੰਦੇ ਹੋ, ਓਮ ਨਮଃ ਸ਼ਿਵਾਏ ਕਹਿੰਦੇ ਹੋ, ਉਹ ਇਸ ਤਰ੍ਹਾਂ ਕਰੋੜਾਂ ਵਿੱਚ ਜਾਂ ਹਜ਼ਾਰਾਂ ਵਿੱਚ ਜਾਂ ਲੱਖਾਂ 'ਚ ਨਹੀਂ ਹੋ ਸਕਦਾ। ਉਹ ਕੇਵਲ ਤੇ ਕੇਵਲ ਇੱਕ ਹੈ। ਉਹ ਹੈ ਇਹਨਾਂ 3 ਭਵਨਾਂ ਦਾ ਤੱਤ ਸਾਰ। ਸੋ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਓਮਕਾਰ ਕੀ ਹੈ। ਸੋ ਹੁਣ ਜਦੋਂ ਅਸੀਂ ਵੀ ਗੁਰਦੁਆਰੇ ਦੀਆਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈਏ ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਇਹ ਓਮਕਾਰ ਬਾਣੀ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ। ਮੈਂ ਪਿੱਛੇ ਜੇ ਆਪਣੇ ਸਕੂਲ ਵਿੱਚ ਵੀ ਟੀਚਰ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਗੁਰੂ ਨਾਨਕ ਸਾਹਿਬ ਨੇ ਛੋਟੀ ਉਮਰ ਵਿੱਚ ਪੱਟੀ ਲਿਖੀ ਸੀ ਪਾਂਧੇ ਕੋਲ ਜਾ ਕੇ, ਉਹ ਪੱਟੀ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਓੰਕਾਰ ਦੀ ਬਾਣੀ ਜਿਹੜੀ ਹੈ ਇਹ ਸਾਨੂੰ ਚਾਹੀਦਾ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣੀ, ਕਿਉਂਕਿ ਇਹ ਵੱਡੇ ਪੱਧਰ ਦੀ ਬਾਣੀ ਹੈ।
ਇਹਦਾ ਮਤਲਬ ਇਹ ਨਾ ਲੈਣਾ ਕਿ ਉਹ ਪਹਿਲੀ ਛੋਟੇ ਪੱਧਰ ਦੀ, ਇਹਦਾ ਮਤਲਬ ਇਹ ਨਹੀਂ। ਇਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਨੇ ਆਪਣੀ ਸਰੀਰਕ ਛੋਟੀ ਅਵਸਥਾ ਵਿੱਚ ਉਚਾਰੀ, ਤੇ ਇਹ ਓਮਕਾਰ ਬਾਣੀ ਉਦੋਂ ਉਚਾਰੀ ਜਦੋਂ ਉਦਾਸੀਆਂ ਕਰ ਰਹੇ ਸਨ। ਸੋ ਇਸ ਲਈ ਮੈਨੂੰ ਆਖਿਆ ਕਿ ਸਕੂਲਾਂ ਕਾਲਜਾਂ ਵਿੱਚ ਸਾਨੂੰ ਓਮਕਾਰ ਬਾਣੀ ਪੜ੍ਹਾਉਣੀ ਚਾਹੀਦੀ ਏ, ਤੇ ਪਹਿਲੀਆਂ ਜਮਾਤਾਂ ਵਿੱਚ, ਜਿਹਨੂੰ ਤੁਸੀਂ ਕਿੰਡਰਗਾਰਟਨ ਕਹਿੰਦੇ ਹੋ, ਉਹਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਦੀ ਲਿਖੀ ਹੋਈ ਪੱਟੀ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਏ। ਸੋ ਜੇ ਗੱਲ ਸਮਝ ਆਵੇ ਤੇ ਬਹੁਤ ਚੰਗਾ, ਨਹੀਂ ਤੇ ਤੁਸੀਂ ਇਹਦੇ ਤੇ ਹੋਰ ਵਿਚਾਰ ਜ਼ਰੂਰ ਕਰ ਲੈਣਾ। ਹੁਣ ਆਪਾਂ ਨਾ ਇਸ ਬਾਣੀ ਦਾ ਜੋ ਰਹਾਉ ਵਾਲਾ ਬੰਦ ਏ, ਉਹਦੇ ਵਿੱਚ ਨਾ ਪੂਰੀ ਬਾਣੀ ਦਾ ਤੱਤ ਸਾਰ ਸਮੋਇਆ ਹੋਇਆ ਹੈ। ਤੇ ਉਹ ਤੱਤ ਸਾਰ ਕੀ ਹੈ? ਸੁਣ ਪਾਂਡੇ। ਮਤਲਬ ਇੱਥੋਂ ਅਸੀਂ ਹੁਣ ਸਮਝ ਸਕਦੇ ਹਾਂ ਕਿ ਗੱਲ ਕਿਹਦੇ ਨਾਲ ਹੋ ਰਹੀ ਹੈ। ਪਾਂਡੇ ਤੋਂ ਮਤਲਬ ਆਪਾਂ ਸਾਰੇ ਸਮਝਦੇ ਹਾਂ ਪੰਡਿਤ, ਜਿਹੜਾ ਉੱਥੇ ਓਮਕਾਰੇਸ਼ਵਰ ਮੰਦਿਰ ਦੇ ਵਿੱਚ ਉਹਨਾਂ ਦੇ ਉਸ ਸਕੂਲ ਵਿੱਚ ਬੱਚਿਆਂ ਨੂੰ ਹਿੰਦੂ ਮਤ ਦੀ ਵਿੱਦਿਆ ਪੜ੍ਹਾ ਰਿਹਾ ਸੀ, ਉਹਦੇ ਨਾਲ ਗੁਰੂ ਜੀ ਗੱਲ ਕਰਦੇ ਨੇ। ਸੁਣ ਪਾਂਡੇ, ਇਹ ਪੰਡਿਤ ਜੀ ਮੇਰੀ ਗੱਲ ਸੁਣੋ, ਕਿਆ ਲਿਖੋ ਜੰਜਾਲਾ। ਇਹ ਤੁਸੀਂ ਬੱਚਿਆਂ ਨੂੰ ਕੀ ਜੰਜਾਲ ਲਿਖ ਕੇ ਪੜ੍ਹਾ ਰਹੇ ਹੋ? ਜੰਜਾਲ ਉਹ ਇਸ ਵਾਸਤੇ, ਵਿੱਦਿਆ ਨੂੰ ਗੁਰੂ ਜੀ ਜੰਜਾਲ ਨਹੀਂ ਕਹਿੰਦੇ। ਵਿੱਦਿਆ ਤਾਂ ਉਹ ਆਪ ਸਕੂਲਾਂ ਵਿੱਚ ਪੜ੍ਹਨ ਗਏ। ਕਈ ਵਾਰੀ ਨਾ ਆਪਣੇ ਪ੍ਰਚਾਰਕ ਇਹ ਗੱਲ ਕਹਿਣ ਨੂੰ ਬੜੀ ਵਡਿਆਈ ਸਮਝਦੇ ਨੇ ਕਿ ਗੁਰੂ ਜੀ ਕਿਤੇ ਨਹੀਂ ਪੜ੍ਹਨ ਗਏ, ਉਹ ਤੇ ਪਾਂਧੇ ਨੂੰ ਪੜ੍ਹਾ ਕੇ ਆ ਗਏ। ਨਹੀਂ ਭਾਈ ਗੁਰਮੁਖੋ, ਮੈਂ ਉਹਨਾਂ ਦਾ ਜੀਵਨ ਚੰਗੀ ਤਰ੍ਹਾਂ ਵਾਚਿਆ। ਉਹਦੇ ਵਿੱਚ ਉਹਨਾਂ ਨੇ 10-12 ਸਾਲ ਵਿੱਦਿਆ ਹਾਸਲ ਕੀਤੀ ਹੈ। 10-12 ਸਾਲ ਲਗਾ ਕੇ ਉਹਨਾਂ ਨੇ 3-4 ਭਾਸ਼ਾਵਾਂ ਸਿੱਖੀਆਂ ਨੇ। ਉਸ ਵਕਤ ਦੀ ਅਰਬੀ ਫਾਰਸੀ, ਉਸ ਵਕਤ ਦੀ ਸੰਸਕ੍ਰਿਤ, ਹਿੰਦੀ ਤੇ ਮੈਥ, ਹਿਸਾਬ, ਇਹ 4 ਵਿੱਦਿਆਵਾਂ ਉਹਨਾਂ ਨੇ ਉਸ ਵਕਤ ਸਮਝੀਆਂ, ਪੜ੍ਹੀਆਂ ਤੇ ਉਹਨਾਂ ਦਾ ਚੰਗੀ ਤਰ੍ਹਾਂ ਮੁਤਾਲਿਆ ਕੀਤਾ। ਤੇ ਪੰਜਾਬੀ ਉਹਨਾਂ ਦੀ ਮਾਂ ਬੋਲੀ ਸੀ। ਸੁਣ ਪਾਂਡੇ, ਕਿਆ ਲਿਖੋ ਜੰਜਾਲਾ। ਇਸ ਲਈ ਮੈਂ ਆਖਿਆ ਕਿ ਉਹ ਵਿੱਦਿਆ ਨੂੰ ਜੰਜਾਲ ਨਹੀਂ ਆਖਦੇ, ਉਹ ਜੰਜਾਲ ਆਖਦੇ ਨੇ ਜੋ ਇਸ ਵਿੱਦਿਆ ਦੀ ਰਾਹੀਂ ਪੜ੍ਹਾਇਆ ਜਾ ਰਿਹਾ ਸੀ, ਜਾਂ ਜੋ ਅਸੀਂ ਹੁਣ ਪੜ੍ਹਾ ਰਹੇ ਹਾਂ, ਉਸ ਨੂੰ ਜੰਜਾਲ ਆਖਦੇ ਨੇ। ਕਿ ਇਸ਼ਾਰਾ ਤੁਹਾਡਾ ਕਿਸੇ ਹੋਰ ਵਾਲੇ, ਪੜ੍ਹਾ ਤੁਸੀਂ ਕੁਝ ਹੋਰ ਰਹੇ ਹੋ, ਇਸ ਨੂੰ ਜੰਜਾਲ ਆਖਦੇ ਨੇ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਜੇ ਤੂੰ ਇਹਨਾਂ ਦੀ ਪੱਟੀ ਉੱਤੇ ਲਿਖਣਾ ਹੀ ਏ, ਓਮ ਨਮଃ ਸ਼ਿਵਾਏ ਲਿਖਣਾ ਹੈ, ਲੇਕਿਨ ਇਹਨਾਂ ਨੂੰ ਇਹ ਗੱਲ ਸਮਝਾ ਕਿ ਇਹ ਪ੍ਰਮਾਤਮਾ ਦਾ ਨਾਮ ਹੈ। ਇਸ ਨਾਮ ਦੀ ਰਾਹੀਂ, ਇਹਨਾਂ ਅੱਖਰਾਂ ਦੀ ਰਾਹੀਂ ਤੁਸੀਂ ਪ੍ਰਮਾਤਮਾ ਨਾਲ ਜੁੜਨਾ ਹੈ, ਨਾ ਕਿ ਕਿਸੇ ਦੇਵੀ ਦੇਵਤੇ ਨਾਲ ਜੁੜਨਾ ਹੈ। ਤੇ ਮੇਰਾ ਇਹ ਵੀ ਹਰਗਿਜ਼ ਮਤਲਬ ਨਹੀਂ ਕਿ ਕਿਸੇ ਦੇਵੀ ਦੇਵਤੇ ਦਾ ਅਸੀਂ ਸਤਿਕਾਰ ਨਹੀਂ ਕਰਦੇ ਜਾਂ ਕਰਨਾ ਨਹੀਂ। ਉਹ ਆਪਣੀ ਜਗ੍ਹਾ ਠੀਕ ਹਨ। ਉਹ ਜਿਨ੍ਹਾਂ ਲਈ ਪੂਜਨ ਯੋਗ ਨੇ, ਉਹਨਾਂ ਲਈ ਉਹ ਪੂਜਨ ਯੋਗ ਨੇ। ਸਾਨੂੰ ਉਹਦੇ ਉੱਤੇ ਕੋਈ ਹੱਕ ਨਹੀਂ ਅਸੀਂ ਕਿੰਤੂ ਪਰੰਤੂ ਕਰੀਏ ਜਾਂ ਕਰ ਸਕੀਏ, ਕੋਈ ਲੋੜ ਵੀ ਨਹੀਂ। ਲੇਕਿਨ ਜਿਹੜੀ ਗੱਲ ਗੁਰੂ ਜੀ ਨੇ ਆਖੀ, ਉਹ ਕਰਨਾ ਸਾਡਾ ਹੱਕ ਬਣਦਾ ਹੈ ਤੇ ਫਰਜ਼ ਬਣਦਾ ਹੈ। ਗੁਰੂ ਜੀ ਨੇ ਆਖਿਆ ਕਿ ਤੁਸੀਂ ਇਹਨਾਂ ਨੂੰ ਨਾ ਓਮ ਨਮଃ ਸ਼ਿਵਾਏ ਲਿਖ ਕੇ ਪੱਟੀ ਉੱਤੇ, ਤੇ ਇਹ ਦੱਸੋ ਕਿ ਇਹ ਪਰਮੇਸ਼ਵਰ ਦਾ ਨਾਮ ਹੈ, ਇਹ ਕਿਸੇ ਹੋਰ ਦਾ ਨਹੀਂ। ਇਹ ਉਹਦਾ ਨਾਮ ਹੈ ਜਿਸ ਨੂੰ ਗੋਪਾਲ ਆਖਦੇ ਨੇ ਗੁਰੂ ਨਾਨਕ। ਗੋਪਾਲ ਦਾ ਮਤਲਬ ਹੁੰਦਾ ਹੈ ਇਸ ਧਰਤੀ ਦੇ, ਯਾਨੀ ਸਮੁੱਚੇ ਬ੍ਰਹਿਮੰਡਾਂ ਵਿੱਚ ਜਿੰਨੇ ਜੀਅ ਪੈਦਾ ਕੀਤੇ ਨੇ, ਉਹਨਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ, ਉਸ ਨੂੰ ਗੋਪਾਲ ਆਖਦੇ ਨੇ। ਗੋ ਨਾਮ ਧਰਤੀ ਦਾ ਹੁੰਦਾ ਹੈ, ਪਾਲ ਮੈਨੇ ਹੁੰਦਾ ਪਾਲਣਾ ਕਰਨ ਵਾਲਾ, ਜਿਹੜਾ ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਉਸ ਦੇ ਨਾਮ ਨੂੰ ਲਿਖ ਕੇ ਇਹਨਾਂ ਨੂੰ ਇਹ ਗੱਲ ਸਮਝਾਓ। ਸੋ ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਾਂਡੇ ਦੇ ਨਾਲ ਕੀਤੀ, ਜਿਹੜਾ ਪੰਡਿਤ ਬੱਚਿਆਂ ਨੂੰ ਉਸ ਸਕੂਲ ਦੇ ਵਿੱਚ ਵਿੱਦਿਆ ਪੜ੍ਹਾ ਰਿਹਾ ਸੀ। ਇਸ ਰਹਾਉ ਵਾਲੀਆਂ ਪੰਕਤੀਆਂ ਦੇ ਨਾਲ ਨਾ ਮਿਲਦੀ ਇੱਕ ਬੰਦ ਹੈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ। ਮੈਂ ਜਦੋਂ ਇਸ ਨੂੰ ਪੜ੍ਹ ਰਿਹਾ ਸਾਂ ਤੇ
ਤੁਸੀਂ ਵੀ ਵੈਸੇ ਬੰਦਾ ਕਈ ਵਾਰੀ ਨਾ ਪੜ੍ਹਦਾ ਹੈਰਾਨਗੀ ਵਿੱਚ ਚਲਾ ਜਾਂਦਾ ਹੈ ਕਿ ਭਗਤ ਕਬੀਰ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਲਿਖਣ ਸ਼ੈਲੀ ਏ ਉਹਦੇ ਵਿੱਚ ਕਿੰਨੀ ਇਕਸਾਰਤਾ ਹੈ। ਇਕਸਾਰਤਾ ਤੋਂ ਜੇ ਤੁਸੀਂ ਸਮਝਣਾ ਹੋਵੇ ਤੇ ਓਅੰਕਾਰ ਵੇਖੋ। ਕਬੀਰ ਜੀ ਦਾ ਲਿਖਿਆ ਹੋਇਆ ਓਅੰਕਾਰ ਤੇ ਗੁਰੂ ਨਾਨਕ ਸਾਹਿਬ ਦਾ ਲਿਖਿਆ ਹੋਇਆ ਇਹ ਓਅੰਕਾਰ ਦੋਵੇਂ ਇੱਕੋ ਹੀ ਨੇ, ਕੋਈ ਵੀ ਫਰਕ ਨਹੀਂ। ਸੋ ਇਹਦਾ ਮਤਲਬ ਮੈਂ ਇਸ ਤਰ੍ਹਾਂ ਸਮਝਿਆ ਕਿ ਜਿਹੜਾ ਸੱਚ ਹੈ ਨਾ ਜੀ, ਉਹ ਸੱਚ ਕੇਵਲ ਤੇ ਕੇਵਲ ਇੱਕ ਹੈ। ਉਹਨੂੰ ਕਿਸੇ ਬੋਲੀ ਵਿੱਚ ਬੋਲਿਆ ਜਾਏ, ਕਿਸੇ ਭਾਸ਼ਾ ਵਿੱਚ ਬੋਲਿਆ ਜਾਏ, ਕਿੰਨਾ ਹੀ ਅੱਖਰਾਂ ਦੁਆਰਾ ਲਿਖਿਆ ਜਾਏ, ਇਹਦੇ ਨਾਲ ਫਰਕ ਨਹੀਂ ਪੈਂਦਾ। ਲੇਕਿਨ ਉਹ ਸੱਚਾਈ ਕੇਵਲ ਤੇ ਕੇਵਲ ਇੱਕ ਹੈ, ਉਹ ਕਰੋੜਾਂ ਤੇ ਲੱਖਾਂ ਵਿੱਚ ਨਹੀਂ ਹੋ ਸਕਦੀ, ਉਹ ਕੇਵਲ ਇੱਕ ਹੈ। ਕਬੀਰ ਸਾਹਿਬ ਆਖਦੇ ਨੇ, ਓਅੰਕਾਰ ਆਦ ਮੈਂ ਜਾਣਾ। ਮੈਂ ਕਿਸੇ ਵਿਅਕਤੀ ਨੂੰ ਆਦ ਨਹੀਂ ਮੰਨਦਾ ਕਿ ਇਹ ਸ਼ੁਰੂ ਤੋਂ ਹੀ ਹੈ, ਸਦਾ ਤੋਂ ਹੀ ਹੈ, ਇਹ ਨਹੀਂ ਮੈਂ ਮੰਨ ਸਕਦਾ। ਮੈਂ ਆਦ ਕੇਵਲ ਤੇ ਕੇਵਲ ਓਅੰਕਾਰ ਨੂੰ ਮੰਨਦਾ ਹਾਂ। ਜਾਂ ਜੇ ਉਸ ਪੰਡਤ ਦੀ ਭਾਸ਼ਾ ਵਿੱਚ ਆਖਣਾ ਹੋਵੇ ਤੇ ਓਮਕਾਰ ਨੂੰ ਕਹਿ ਸਕਦੇ ਹਾਂ, ਮੈਂ ਮੰਨਦਾ ਹਾਂ। ਲਿਖ ਅਰ ਮੇਟੈ ਤਾਹੇ ਨਾ ਮਾਨਾ। ਜਿਸ ਨੂੰ ਲਿਖਿਆ ਜਾ ਸਕੇ ਤੇ ਜਿਸ ਨੂੰ ਮਿਟਾਇਆ ਜਾ ਸਕੇ ਲਿਖ ਕੇ, ਮੈਂ ਉਸ ਨੂੰ ਨਹੀਂ ਮੰਨਦਾ। ਗੱਲ ਬੜੀ ਸਮਝਣ ਵਾਲੀ ਜੇ। ਓਅੰਕਾਰ ਯਾਨੀ ਪਰਮਾਤਮਾ ਨਾ ਲਿਖਿਆ ਜਾ ਸਕਦਾ ਹੈ, ਨਾ ਮਿਟਾਇਆ ਜਾ ਸਕਦਾ ਹੈ, ਨਾ ਉਸ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ, ਨਾ ਉਸ ਦਾ ਕਿਸੇ ਤਰ੍ਹਾਂ ਨਾਲ ਆਕਾਰ ਬਣਾਇਆ ਜਾ ਸਕਦਾ ਹੈ। ਕਿਉਂਕਿ ਜਿਹਦਾ ਸਵਰੂਪ ਹੀ ਨਹੀਂ, ਉਹਦਾ ਆਕਾਰ ਕਿਵੇਂ ਬਣਾਇਆ ਜਾ ਸਕੇਗਾ? ਉਸ ਨੂੰ ਕਿਵੇਂ ਕਿਤੇ ਸਥਾਪਿਤ ਕੀਤਾ ਜਾ ਸਕੇਗਾ? ਉਹਦਾ ਆਕਾਰ ਬਣਾ ਕੇ, ਉਹਦਾ ਬੁੱਤ ਬਣਾ ਕੇ, ਜਿਹਦਾ ਆਕਾਰ ਹੈ ਹੀ ਨਹੀਂ। ਲਿਖ ਅਰ ਮੇਟੈ ਤਾਹੇ ਨਾ ਮਾਨਾ। ਮੈਂ ਉਸ ਨੂੰ ਨਹੀਂ ਮੰਨਦਾ ਜਿਸ ਨੂੰ ਬਣਾਇਆ ਜਾ ਸਕਦਾ ਹੋਵੇ ਤੇ ਜਿਸ ਨੂੰ ਮਿਟਾਇਆ ਜਾ ਸਕਦਾ ਹੋਵੇ। ਸੋ ਪਰਮੇਸ਼ਵਰ ਨੂੰ ਸਥਾਪਿਤ ਕਰਨਾ ਕਿਸੇ ਧਰਮ ਸਥਾਨ ਵਿੱਚ, ਇਹ ਕਦੀ ਹੋ ਨਹੀਂ ਸਕਦਾ। ਇਹ ਸਾਡਾ ਇੱਕ ਭਰਮ ਹੈ ਤੇ ਇੱਕ ਭੁਲੇਖਾ ਹੈ। ਸਾਨੂੰ ਸੱਚ ਨਾਲੋਂ ਤੋੜਿਆ ਗਿਆ ਇਸ ਭਰਮ ਭੁਲੇਖੇ ਵਿੱਚ ਪਾ ਕੇ। ਜੋੜਨਾ ਸੀ ਸੱਚ ਨਾਲ, ਤੇ ਕਹਿੰਦੇ ਨੇ ਕਿਸੇ ਆਕਾਰ ਦਾ ਧਿਆਨ ਰੱਖ ਕੇ ਫਿਰ ਅਸੀਂ ਨਿਰਾਕਾਰ ਤੱਕ ਪਹੁੰਚ ਸਕਦੇ ਹਾਂ। ਤੇ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ ਹੈ ਉਹ ਕਿਤਾਬ ਜਿਹੜੀ ਮੈਂ ਤੁਹਾਨੂੰ ਕਈ ਵਾਰੀ ਆਖਿਆ ਕਿ ਮੇਰੀ ਫੇਵਰੇਟ ਹੈ, ਬੰਦਗੀਨਾਮਾ। ਉਹਦੇ ਵਿੱਚ ਸਰਦਾਰ ਰਘਬੀਰ ਸਿੰਘ ਇਹ ਗੱਲ ਕਹਿੰਦੇ ਨੇ ਕਿ ਮੈਂ ਸ਼ੁਰੂ ਵਿੱਚ ਗੁਰੂ ਨਾਨਕ ਸਾਹਿਬ ਦੀ ਤਸਵੀਰ ਦਾ ਧਿਆਨ ਕਰਦਾ ਸਾਂ। ਧਿਆਨ ਇੰਨਾ ਪਰਪੱਕ ਹੋਇਆ, ਕੁਝ ਸਾਲ ਲੱਗੇ, ਧਿਆਨ ਇੰਨਾ ਪਰਪੱਕ ਹੋਇਆ, ਮੈਂ ਅੱਖਾਂ ਖੋਲ੍ਹਣੀਆਂ ਤੇ ਮੈਨੂੰ ਗੁਰੂ ਨਾਨਕ ਸਾਹਿਬ ਬਾਹਰ ਤੁਰਦੇ ਫਿਰਦੇ ਨਜ਼ਰ ਆਉਣੇ। ਉਹਨਾਂ ਦੀ ਤਸਵੀਰ ਦੇ ਵਿੱਚ ਜਿਵੇਂ ਜਾਨ ਪੈ ਜਾਂਦੀ ਏ। ਤੇ ਜੇ ਮੈਂ ਅੱਖਾਂ ਬੰਦ ਕਰਨੀਆਂ ਤੇ ਉਹੋ ਹੀ ਗੁਰੂ ਨਾਨਕ ਦੀ ਤਸਵੀਰ ਮੇਰੇ ਅੰਦਰ, ਮੇਰੇ ਹਿਰਦੇ ਵਿੱਚ ਬਿਰਾਜਮਾਨ ਮੈਨੂੰ ਨਜ਼ਰ ਆਉਣੀ। ਤੇ ਕਹਿੰਦੇ ਮੈਂ ਇੱਕ ਸਾਧੂ ਨੂੰ ਮਿਲਿਆ, ਉਸ ਨੂੰ ਮੈਂ ਆਪਣੀ ਇਹ ਮਾਨਸਿਕ ਅਵਸਥਾ ਦੱਸੀ। ਕਹਿੰਦੇ ਜਦੋਂ ਮੈਂ ਉਹਨੂੰ ਦੱਸਿਆ ਤੇ ਉਹਨੇ ਆਖਿਆ ਵੀ ਤੂੰ ਤੇ ਜੁੜਨਾ ਸੀ ਨਿਰਾਕਾਰ ਨਾਲ ਤੇ ਤੂੰ ਤੇ ਆਕਾਰ ਨਾਲ ਜੁੜ ਗਿਆ ਹੈ। ਉਹ ਕਹਿਣ ਲੱਗੇ ਹੁਣ ਮੈਂ ਕੀ ਕਰਾਂ, ਇਹ ਤੇ ਮੂਰਤੀ ਨਿਕਲਦੀ ਹੀ ਨਹੀਂ, ਇਹਦਾ ਮੈਂ ਕੀ ਬਣਾਵਾਂ ਹੁਣ। ਉਹਨਾਂ ਆਖਿਆ ਹੋਰ ਇਹਦਾ ਕੁਝ ਨਹੀਂ ਹੋਣਾ, ਹੁਣ ਤੈਨੂੰ ਜਿੰਨਾ ਚਿਰ ਲੱਗਾ ਹੈ ਨਾ ਇਸ ਨੂੰ ਅੰਦਰ ਵਸਾਉਣ ਲਈ, ਉਸ ਤੋਂ ਵੱਧ ਸਮਾਂ ਲੱਗਣਾ ਇਸ ਨੂੰ ਕੱਢਣ ਲਈ। ਰਾਮ ਕ੍ਰਿਸ਼ਨ ਜੀ ਨੇ ਨਾ ਕਾਲੀ ਮਾਂ ਦੀ ਉਹ ਪੂਜਾ ਕਰਦੇ ਸੀ ਤੇ ਇੱਕ ਵਕਤ ਆਇਆ ਉਹਨੂੰ ਕਿਰਪਾਨ ਨਾਲ ਵੱਢਣਾ ਪਿਆ ਸੀ ਉਹਨੂੰ, ਐਵੇਂ ਨਹੀਂ ਸੀ ਉਹ ਮੂਰਤੀ ਅੰਦਰੋਂ ਨਿਕਲਦੀ। ਸੋ ਗੁਰੂ ਨਾਨਕ ਸਾਹਿਬ ਦੀ ਮੂਰਤੀ ਨੂੰ ਬਾਹਰ ਕੱਢਣ ਵਾਸਤੇ ਉਹ ਕਹਿੰਦੇ ਨੇ ਜਿੰਨਾ ਸਮਾਂ ਉਹਨੂੰ ਅੰਦਰ ਵਸਾਉਣ 'ਚ ਲੱਗਾ ਸੀ ਉਸ ਤੋਂ ਵਧੇਰੇ ਸਮਾਂ ਬਾਹਰ ਕੱਢਣ ਵਿੱਚ ਲੱਗਾ। ਸਮਾਂ ਖਰਾਬ ਹੋਇਆ ਨਾ ਜੀ। ਪਹਿਲਾਂ 2-4 ਸਾਲ ਲੱਗੇ ਉਹਨੂੰ ਵਸਾਉਣ ਲਈ ਤੇ 2-4 ਸਾਲ ਲੱਗੇ ਉਹਨੂੰ ਕੱਢਣ ਲਈ। ਤੇ ਜੇ ਸ਼ੁਰੂ ਤੋਂ ਹੀ ਸਮਝਾਉਣ ਵਾਲਾ ਸਮਝਾਉਂਦਾ ਕਿ ਕਿਸੇ ਮੂਰਤੀ ਦਾ ਧਿਆਨ ਨਾ ਕਰ, ਸਿੱਧਾ ਨਿਰਾਕਾਰ ਨਾਲ ਜੁੜ,
ਤੇ ਨਿਰਾਕਾਰ ਨਾਲ ਜੁੜਨਾ ਜੀ ਕੋਈ ਵੀ ਔਖਾ ਨਹੀਂ ਜੇ, ਕੋਈ ਮੁਸ਼ਕਲ ਨਹੀਂ। ਕਈ ਜਗਿਆਸੂ ਸਵਾਲ ਕਰਦੇ ਨੇ ਵੀ ਜਿਹਦਾ ਆਕਾਰ ਹੀ ਨਹੀਂ ਉਹਦਾ ਧਿਆਨ ਕਿਵੇਂ ਕਰੀਏ। ਇਹ ਬੜਾ ਹੀ ਆਸਾਨ ਹੈ। ਆਕਾਰ ਨਾਲੋਂ ਨਿਰਾਕਾਰ ਦਾ ਧਿਆਨ ਕਰਨਾ ਅਤੀ ਸੌਖਾ ਹੈ। ਸਿਰਫ ਨੇਤਰ ਬੰਦ ਕਰੋ, ਜੋ ਅੱਗੇ ਨਜ਼ਰ ਆ ਰਿਹਾ ਹੈ ਤੇ ਉਹ ਹਨੇਰਾ ਹੀ ਹੋਣਾ ਹੈ, ਬਸ ਉਹਦੇ ਵਿੱਚ ਆਪਣਾ ਧਿਆਨ ਟਿਕਾ ਕੇ ਬੈਠੇ ਰਹੋ, ਭਜਨ ਕਰਦੇ ਜਾਓ। ਅੱਗੇ ਨਿਰੰਕਾਰ ਆਪ ਤੁਹਾਡੇ ਤੇ ਮਿਹਰ ਕਰੇਗਾ ਤੇ ਆਪਣੇ ਆਪੇ ਦੀ ਲਖਤਾ ਤੁਹਾਨੂੰ ਆਪ ਕਰਵਾਏਗਾ। ਉਹ ਕਿਸੇ ਦੇ ਆਖਿਆਂ ਨਹੀਂ ਹੋਣ ਵਾਲੀ। ਇਸ ਤੋਂ ਅੱਗੇ ਰਸਤਾ ਵੀ ਕਿਸੇ ਦੇ ਦੱਸਿਆ ਨਹੀਂ ਦੱਸਿਆ ਜਾ ਸਕਦਾ। ਬਸ ਮਹਾਂਪੁਰਸ਼ ਇੱਥੋਂ ਤੱਕ ਹੀ ਦੱਸਦੇ ਨੇ ਕਿ ਤੁਸੀਂ ਆਹ ਢੰਗ ਅਪਣਾਓ ਤੇ ਨਿਰਾਕਾਰ ਆਪਣੇ ਆਪ ਤੁਹਾਨੂੰ ਆਪਣੀ ਲਖਤਾ ਬਖਸ਼ੇਗਾ। ਓੰਕਾਰ ਆਦਿ ਮੈਂ ਜਾਣਾ, ਉਸ ਓੰਕਾਰ ਨੂੰ ਮੈਂ ਜਾਣਿਆ ਕਿ ਉਹ ਆਦਿ ਤੋਂ ਹੈ, ਯਾਨੀ ਆਦਿ ਕਾਲ ਤੋਂ ਹੈ, ਸਦਾ ਤੋਂ ਹੈ। ਜਿਸ ਨੂੰ ਲਿਖਿਆ ਜਾ ਸਕੇ, ਜਿਸ ਨੂੰ ਸਥਾਪਿਤ ਕੀਤਾ ਜਾ ਸਕੇ, ਜਿਸ ਨੂੰ ਮਿਟਾਇਆ ਜਾ ਸਕੇ, ਉਸ ਨੂੰ ਮੈਂ ਨਹੀਂ ਜੇ ਮੰਨਦਾ। ਉਹ ਪਰਮੇਸ਼ਵਰ ਨਹੀਂ ਹੋ ਸਕਦਾ। ਭਾਵੇਂ ਉਸ ਪਰਮੇਸ਼ਵਰ ਦੇ ਬਾਰੇ ਸਾਨੂੰ ਸਮਝਾਉਣ ਲਈ ਕੁਝ ਨਾ ਕੁਝ ਅੱਖਰ ਮਹਾਂਪੁਰਸ਼ਾਂ ਨੇ ਬਣਾਏ ਨੇ, ਲਿਖੇ ਜਾਂਦੇ ਨੇ ਸਾਨੂੰ ਸਮਝਾਉਣ ਲਈ, ਲੇਕਿਨ ਉਹਨਾਂ ਅੱਖਰਾਂ ਵਿੱਚ ਕੁਝ ਨਹੀਂ ਹੈਗਾ। ਓੰਕਾਰ ਲਖੇ ਜੋ ਕੋਈ, ਜੇ ਕੋਈ ਬੰਦਾ ਉਸ ਨਿਰਾਕਾਰ ਨੂੰ ਲਖ ਲਵੇ, ਸੋਈ ਲਖ ਮੇਟਣਾ ਨਾ ਹੋਈ। ਉਹ ਲਖਤਾ ਫਿਰ ਮੇਟੀ ਨਹੀਂ ਜਾ ਸਕਦੀ ਜਿਹੜੀ ਤੁਸੀਂ ਧਿਆਨ ਵਿੱਚ ਬੈਠ ਕੇ ਉਸ ਦੀ ਲਖਤਾ ਕਰਦੇ ਹੋ। ਉਸ ਨੂੰ ਨਾ ਲਿਖਿਆ ਜਾ ਸਕਦਾ, ਨਾ ਬੋਲ ਕੇ ਦੱਸਿਆ ਜਾ ਸਕਦਾ, ਨਾ ਕਿਸੇ ਤਰ੍ਹਾਂ ਨਾਲ ਉਸ ਦਾ ਆਕਾਰ ਬਣਾ ਕੇ ਵਿਖਾਇਆ ਜਾ ਸਕਦਾ। ਬਸ ਉਸ ਦੀ ਲਖਤਾ ਤੁਸੀਂ ਆਪ ਹੀ ਕਰ ਸਕਦੇ ਹੋ, ਹੋਰ ਕੋਈ ਤਾਕਤ ਨਹੀਂ। ਬਸ ਗੁਰੂ ਦੀ ਕਿਰਪਾ ਹੋ ਜਾਏ, ਕਿਸੇ ਗੁਰਮੁਖ ਨੂੰ ਇਹ ਰਸਤਾ ਮਿਲ ਜਾਏ, ਉਹ ਇਸ ਰਸਤੇ ਤੇ ਚੱਲ ਕੇ ਉਸ ਅਲੱਖ ਪਰਮਾਤਮਾ ਨੂੰ ਲਖ ਲਵੇ, ਜਿਸ ਨੂੰ ਫਿਰ ਕਦੀ ਮਿਟਾਇਆ ਨਹੀਂ ਜਾ ਸਕਦਾ। ਸੋ ਜੀ ਸਮਾਂ ਸਮਾਪਤੀ ਵੱਲ ਨੂੰ ਜਾਂਦਾ ਪਿਆ ਤੇ ਮੈਂ ਤੁਹਾਡੇ ਨਾਲ ਅਖੀਰ ਵਿੱਚ ਆ ਬਚਨ ਕਰਕੇ ਸਮਾਪਤੀ ਕਰ ਦੇਣਾ। ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਦੇ ਅਖੀਰ ਵਿੱਚ ਆਖਿਆ, ਪਾਧਾ ਗੁਰਮੁਖ ਆਖੀਐ ਚਾਟੜਿਆ ਮੱਤ ਦੇ। ਇਹਦੀ ਵਰਡਿੰਗ ਸਮਝ ਲੈਣਾ। ਪਾਂਧਾ ਦਾ ਮਤਲਬ ਹੈ ਟੀਚਰ। ਉਸ ਵਕਤ ਇਹਨੂੰ ਪਾਂਧਾ ਹੀ ਆਖਦੇ ਸਨ। ਅੱਜ ਆਪਾਂ ਇਹਨੂੰ ਪ੍ਰੋਫੈਸਰ ਆਖਦੇ ਹਾਂ, ਟੀਚਰ ਆਖਦੇ ਹਾਂ, ਅਧਿਆਪਕ ਆਖਦੇ ਹਾਂ। ਚਾਟੜਿਆਂ ਦਾ ਮਤਲਬ ਹੈ ਜੀ ਵਿਦਿਆਰਥੀ, ਸਟੂਡੈਂਟਸ। ਪਾਂਧਾ ਗੁਰਮੁਖ ਆਖੀਐ ਚਾਟੜਿਆ ਮੱਤ ਦੇ। ਉਹ ਟੀਚਰ, ਉਹ ਪ੍ਰੋਫੈਸਰ ਗੁਰਮੁਖ ਆਖਿਆ ਜਾ ਸਕਦਾ ਹੈ, ਗੁਰੂ ਦੀ ਮੱਤ ਲੈ ਕੇ ਸਿੱਖਿਆ ਦੇਣ ਵਾਲਾ ਆਖਿਆ ਜਾ ਸਕਦਾ ਹੈ, ਜਿਹੜਾ ਆਪਣੇ ਵਿਦਿਆਰਥੀਆਂ ਨੂੰ ਇਹ ਮੱਤ ਦੇਵੇ। ਕਿਹੜੀ ਮੱਤ? ਉਹਨਾਂ ਨੂੰ ਇਹ ਸਮਝਾਵੇ, ਨਾਮ ਸੰਭਾਲੋ, ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰੋ, ਭਾਵ ਉਸ ਨੂੰ ਚਿੱਤ ਵਿੱਚ ਵਸਾਓ, ਉਹਨੂੰ ਹਿਰਦੇ ਵਿੱਚ ਧਾਰਨ ਕਰੋ, ਨਾਮ ਸੰਭਾਲੋ। ਚਾਹੇ ਉਸ ਨੂੰ ਓਮ ਨਮः ਸ਼ਿਵਾਏ ਆਖ ਕੇ ਸੰਭਾਲੋ, ਚਾਹੇ ਉਸ ਨੂੰ ਵਾਹਿਗੁਰੂ ਆਖ ਕੇ ਸੰਭਾਲੋ, ਚਾਹੇ ਉਸ ਨੂੰ ਰਾਮ ਅੱਲਾ ਖੁਦਾ ਆਖ ਕੇ ਸੰਭਾਲੋ। ਇੱਥੇ ਗੁਰੂ ਜੀ ਨੇ ਵੇਖੋ ਇਸ ਤਰ੍ਹਾਂ ਨਹੀਂ ਲਿਖ ਦਿੱਤਾ ਵੀ ਵਾਹਿਗੁਰੂ ਸੰਭਾਲੋ, ਉਹਨਾਂ ਨੇ ਆਖਿਆ ਨਾਮ ਸੰਭਾਲੋ। ਇਹਦਾ ਮਤਲਬ ਹੈ ਕਿ ਇਹ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ ਕਿ ਤੁਸੀਂ ਜਿਸ ਵੀ ਰੱਬ ਦੇ ਨਾਂ ਨਾਲ ਉਸ ਨੂੰ ਯਾਦ ਕਰਨਾ ਚਾਹੋ, ਯਾਦ ਕਰੋ। ਨਾਮ ਸੰਗ੍ਰਹੋ, ਸੰਗ੍ਰਹਿ ਦਾ ਮਤਲਬ ਹੁੰਦਾ ਉਸ ਨੂੰ ਇਕੱਠਾ ਕਰਨਾ, ਯਾਨੀ ਨਾਮ ਧਨ ਨੂੰ ਇਕੱਠਾ ਕਰੋ। ਜਿੰਨਾ ਵੱਧ ਤੋਂ ਵੱਧ ਤੁਸੀਂ ਜਪ ਸਕੋ, ਜਿੰਨਾ ਵੱਧ ਤੋਂ ਵੱਧ ਸਮਾਂ ਲਗਾ ਸਕੋ, ਓਨਾ ਹੀ ਵਾਹਿਗੁਰੂ ਸ਼ਬਦ ਜਾਂ ਜੋ ਵੀ ਸ਼ਬਦ ਤੁਸੀਂ ਜਪਦੇ ਜੇ, ਵਧੇਰੇ ਜਪੋ, ਹੋਰ ਵਧਾਓ ਉਸ ਜਪ ਨੂੰ। ਗੁਰੂ ਜੀ ਨੇ ਆਖਿਆ, ਲਾਹਾ ਜਗ ਮਹਿ ਲੇ। ਪੰਡਿਤ ਜੀ, ਆਪਣੇ ਵਿਦਿਆਰਥੀਆਂ ਨੂੰ ਆਹ ਗੱਲ ਲਿਖ ਕੇ ਸਮਝਾਓ। ਉਹ ਜਿਹੜਾ ਤੁਸੀਂ ਜੰਜਾਲ ਸਿਖਾ ਰਹੇ ਹੋ ਨਾ, ਉਹ ਤੁਸੀਂ ਇਹਨਾਂ ਨੂੰ ਕੁਰਾਹੇ ਪਾ ਰਹੇ ਹੋ, ਕਿਉਂਕਿ ਇਹ ਮੂਰਤੀ ਨਾਲ ਜੁੜ ਜਾਣਗੇ ਤੇ ਮੂਰਤੀ ਨਾਲੋਂ ਫਿਰ ਟੁੱਟਣਾ ਔਖਾ ਹੋ ਜਾਏਗਾ ਤੇ ਇਹਨਾਂ ਦਾ ਜੀਵਨ ਦਾ ਸਮੁੱਚਾ ਸਮਾਂ ਵਿਅਰਥ ਚਲਾ ਜਾਏਗਾ। ਸੋ ਇਹਦੇ ਨਾਲ ਇਹਨਾਂ ਨੂੰ ਪਲੀਜ਼ ਨਾ ਜੋੜੋ, ਇਹਨਾਂ ਨੂੰ ਨਾਮ ਨਾਲ ਜੋੜੋ,
ਇਹਨਾਂ ਨੂੰ ਆਖੋ ਕਿ ਨਾਮ ਧਨ ਇਕੱਠਾ ਕਰੋ, ਇਹੋ ਹੀ ਸੰਸਾਰ ਵਿੱਚ ਸਾਡਾ ਆਉਣ ਤੇ ਸਾਨੂੰ ਲਾਹਾ ਪ੍ਰਾਪਤ ਹੋਣਾ। ਲਾਹਾ ਦਾ ਮਤਲਬ ਹੈ ਜੀ ਲਾਭ, ਬੈਨੀਫਿਟ। ਇਹਦਾ ਇਹੋ ਹੀ ਲਾਭ ਹੈ ਸਾਡੇ ਜੀਵਨ ਦਾ ਕਿ ਅਸੀਂ ਨਾਮ ਧਨ ਇਕੱਠਾ ਕਰੀਏ। ਇਹ ਹੈ ਸੱਚੀ ਪੱਟੀ, ਸੱਚ ਮਨ ਪੜ੍ਹੀਐ ਸ਼ਬਦ ਸੋ ਸਾਰ। ਆਪਣੇ ਮਨ ਵਿੱਚ ਉਸ ਸਾਰ ਨੂੰ, ਜਿਸ ਨੂੰ ਅਸੀਂ ਉੱਤੇ ਸਮਝਿਆ ਨਾ, ਤਿੰਨਾਂ ਭਵਨਾਂ ਦਾ ਜੋ ਸਾਰ ਹੈ, ਤਤ ਸਾਰ ਪਾਰ ਬ੍ਰਹਮ ਪਰਮੇਸ਼ਵਰ, ਉਸ ਨੂੰ ਆਪਣੇ ਹਿਰਦੇ ਰੂਪ ਪੱਟੀ ਤੇ ਲਿਖ ਲਵੋ। ਪੜ੍ਹੀਐ ਸ਼ਬਦ ਸੋ ਸਾਰ, ਇਹੋ ਹੀ ਪੜ੍ਹਨਾ ਤਤ ਵਸਤੂ ਦਾ ਪੜ੍ਹਨਾ ਹੈ। ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ। ਬੀਨਾ ਦਾ ਮਤਲਬ ਹੁੰਦਾ ਜੀ ਬੜਾ ਹੀ ਸਿਆਣਾ, ਬੜਾ ਸੁਜਾਨ ਪੁਰਸ਼। ਸਤਿਗੁਰੂ ਜੀ ਨੇ ਉਸ ਪੰਡਿਤ ਜੀ ਨੂੰ ਆਖਿਆ, ਪੰਡਿਤ ਜੀ ਮੇਰੀ ਨਿਗਾਹ ਵਿੱਚ ਸੋ ਪੜ੍ਹਿਆ ਸੋ ਪੰਡਿਤ ਬੀਨਾ, ਉਹੋ ਹੀ ਪੰਡਿਤ ਜਾਂ ਟੀਚਰ ਵਿਦਵਾਨ ਹੈ, ਉਹੋ ਹੀ ਟੀਚਰ ਪੜ੍ਹਿਆ ਲਿਖਿਆ ਸਿਆਣਾ ਹੈ, ਜਿਸ ਰਾਮ ਨਾਮ ਗਲ ਹਾਰ, ਜਿਨੇ ਆਪਣੇ ਗਲੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਮਾਨੋ ਹਾਰ ਪਾ ਲਿਆ ਹੋਵੇ। ਜਦੋਂ ਆਪਾਂ ਗਲ 'ਚ ਹਾਰ ਪਾਈਏ ਨਾ ਜੀ, ਉਹ ਫਿਰ ਜੁੜਿਆ ਰਹਿੰਦਾ ਨਾਲ ਸਾਡੇ ਗਲੇ ਦੇ, ਉਹ ਵੱਖਰਾ ਨਹੀਂ ਹੁੰਦਾ। ਇਹ ਇੱਕ ਪ੍ਰਤੀਕ ਹੈ ਕਿ ਤੁਸੀਂ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਪਰਮੇਸ਼ਵਰ ਦੇ ਨਾਮ ਨੂੰ ਟਿਕਾ ਲਵੋ, ਜਿਵੇਂ ਗਲੇ ਵਿੱਚ ਹਾਰ ਪਾਇਆ ਹੁੰਦਾ, ਉਹਨੂੰ ਵੱਖਰਿਆ ਨਹੀਂ ਕੀਤਾ ਜਾ ਸਕਦਾ। ਕੀਤਾ ਤੇ ਜਾ ਸਕਦਾ, ਮਤਲਬ ਹੁੰਦਾ ਨਹੀਂ ਉਹ ਜਿੰਨਾ ਚਿਰ ਅਸੀਂ ਗਲੇ 'ਚ ਰੱਖਦੇ ਹਾਂ। ਇਹ ਇੱਕ ਪ੍ਰਤੀਕ ਹੈ। ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਹਾਰ ਪਾ ਲਵੋ, ਯਾਨੀ ਉਹਨੂੰ ਹਰ ਵਕਤ ਚੇਤੇ 'ਚ ਰੱਖੋ, ਉਹਨੂੰ ਕਦੇ ਭੁਲਾਓ ਨਾ। ਸੋ ਇਹ ਜੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਓੰਕਾਰ ਦੀ ਰਾਹੀਂ ਬੜੇ ਚੰਗੇ ਬਚਨ ਸਮਝਾਏ ਨੇ। ਤੇ ਮੈਂ ਆਪ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਸ ਓੰਕਾਰ ਬਾਣੀ ਨੂੰ ਤੁਸੀਂ ਆਪ ਸਾਰੀ ਬਾਣੀ ਨੂੰ ਪੜ੍ਹਨ ਦੀ ਖੇਚਲ ਕਰਨਾ। ਬਹੁਤ ਵੱਡੀ ਸਾਰੀ ਬਾਣੀ ਨਹੀਂ ਹੈ, ਬਹੁਤ ਛੋਟੀ ਹੈ, ਛੋਟੀਆਂ ਛੋਟੀਆਂ 54 ਪੌੜੀਆਂ ਨੇ ਇਸ ਦੀਆਂ, ਯਾਨੀ 54 ਬੰਦ ਕਹਿ ਲਓ। ਇਹਨੂੰ ਤੁਸੀਂ ਆਪ ਪੜ੍ਹੋਗੇ ਤੇ ਤੁਸੀਂ ਪਾਓਗੇ ਕਿ ਇਹਦੇ ਵਿੱਚ ਕਿੰਨਾ ਵੱਡਾ ਗਿਆਨ ਸਮੋਇਆ ਹੋਇਆ ਹੈ। ਭਾਵੇਂ ਉਸ ਗਿਆਨ ਸਾਰੀ ਬਾਣੀ ਵਿੱਚ ਹੈ, ਪਰ ਇਸ ਛੋਟੀ ਜਿਹੀ ਲਿਖਤ ਵਿੱਚੋਂ ਅਸੀਂ ਇੰਨਾ ਕੁਝ ਸਿੱਖ ਸਕਦੇ ਹਾਂ ਕਿ ਸਾਡੀ ਸਮੁੱਚੀ ਜ਼ਿੰਦਗੀ ਸਫਲ ਜ਼ਿੰਦਗੀ ਬਣ ਸਕਦੀ ਹੈ। ਸੋ ਆਪ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਸ਼ਿਸ਼ ਕਰਨਾ ਇਸ ਓੰਕਾਰ ਬਾਣੀ ਨੂੰ ਤੁਸੀਂ ਆਪ ਪੜ੍ਹ ਕੇ ਵਿਚਾਰਨਾ। ਤੇ ਇਸ ਤੋਂ ਅੱਗੇ ਆਪਾਂ ਹੁਣ ਸਿੱਧ ਗੋਸ਼ਟ ਅਗਲੇ ਐਤਵਾਰ ਨੂੰ ਉਹਦੇ ਤੇ ਗੱਲਬਾਤ ਕਰਾਂਗੇ। ਉਹ ਵੀ ਜਿਵੇਂ ਇਹ ਗੋਸ਼ਟੀ ਹੋਈ ਇੱਕ ਤਰ੍ਹਾਂ ਨਾਲ ਓਮਕਾਰੇਸ਼ਵਰ ਦੇ ਮੰਦਰ ਵਿੱਚ ਇੱਕ ਪੰਡਿਤ ਜੀ ਦੇ ਨਾਲ, ਤੇ ਉਹ ਜਿਹੜੀ ਗੋਸ਼ਟੀ ਉਹ ਸਿੱਧਾਂ ਨਾਲ ਹੋਈ ਹੈ। 2-3 ਥਾਵਾਂ ਨੇ ਅੱਜ ਕੱਲ੍ਹ, ਇੱਕ ਉਹ ਪਾਕਿਸਤਾਨ ਵਿੱਚ ਜਗ੍ਹਾ ਹੈ, ਇੱਕ ਨਾਨਕ ਮਤਾ ਯੂਪੀ ਵਿੱਚ, ਤੇ ਇੱਕ ਹਿਮਾਲਿਆ ਪਰਬਤ ਦੇ ਉੱਤੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਗੋਸ਼ਟੀਆਂ ਕੀਤੀਆਂ ਨੇ। ਸੋ ਆਪਾਂ ਉਹਦੇ ਤੇ ਅਗਲੇ ਐਤਵਾਰ ਨੂੰ ਗੱਲਬਾਤ ਕਰਾਂਗੇ ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਪਿਆਰ ਨਾਲ ਸੁਣਿਆ ਹੈ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਵਿਚਾਰ ਕਰਦਿਆਂ ਬਹੁਤ ਹੀ ਭੁੱਲਾਂ ਹੋਈਆਂ ਹੋਣੀਆਂ ਨੇ, ਉਹਨਾਂ ਲਈ ਆਪ ਸਭਨਾਂ ਨੇ ਖਿਮਾ ਬਖਸ਼ਣਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।